ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 135 ਤੇ ਹੇਠੋਂ ਦੂਸਰੀ ਪੰਕਤੀ ਹੈ, 11 ਨੰਬਰ ਤੋਂ ਬਾਅਦ। ਮਾਗ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਸੱਚੇ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਜਿਸ ਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਜਿੱਦੇ ਮਾਘੀ ਹੁੰਦੀ ਹੈ, ਮਾਘ ਦੀ ਸੰਗਰਾਂਦ ਹੁੰਦੀ ਹੈ, ਹਿੰਦੁਸਤਾਨ ਦੇ ਵਿੱਚ ਬੇਅੰਤ ਲੋਕ ਸਰੋਵਰਾਂ ਦਰਿਆਵਾਂ 'ਤੇ ਜਾ ਕੇ ਤੀਰਥ ਇਸ਼ਨਾਨ ਕਰਦੇ ਨੇ। ਉਹਨੂੰ ਕੋਈ ਪਵਿੱਤਰ ਦਿਹਾੜਾ ਗਿਣਦੇ ਨੇ। ਸਿੱਖ ਵੀ ਬਹੁਤ ਜਾਂਦੇ ਨੇ ਉਸ ਦਿਨ, ਸਰੋਵਰਾਂ 'ਤੇ ਇਸ਼ਨਾਨ ਕਰਨ ਜਾਂਦੇ ਹਨ। ਦੇਖੋ, ਕਈ ਵਾਰੀ ਕੋਈ ਚੀਜ਼ ਦੇਖੋ ਦੇਖੀ ਚੱਲ ਪੈਂਦੀ ਹੈ। ਅਸੀਂ ਬਾਣੀ ਨਹੀਂ ਪੜ੍ਹਦੇ, ਜਾਂ ਪੜ੍ਹਦੇ ਹਾਂ ਤੇ ਉਸ 'ਤੇ ਅਮਲ ਨਹੀਂ ਕਰਦੇ। ਪੰਚਮ ਪਾਤਸ਼ਾਹ ਕਹਿੰਦੇ, ਮਾਗ ਮਜਨ ਸੰਗ ਸਾਧੂਆਂ। ਲੋਕਾਂ ਨੂੰ ਕਹਿੰਦੇ, ਲੋਕ ਦਰਿਆਵਾਂ 'ਤੇ ਜਾਂਦੇ ਨੇ, ਉੱਥੇ ਇਸ਼ਨਾਨ ਕਰਦੇ ਨੇ। ਮਜਨ ਤੀਰਥ ਇਸ਼ਨਾਨ ਨੂੰ ਕਹਿੰਦੇ ਨੇ। ਕਿਸੇ ਖਾਸ ਦਿਹਾੜੇ 'ਤੇ ਜਾ ਕੇ ਇਸ਼ਨਾਨ ਕਰਨਾ ਸਰੋਵਰਾਂ 'ਚ, ਉਹਨੂੰ ਮਜਨ ਕਹਿੰਦੇ। ਪੰਚਮ ਪਾਤਸ਼ਾਹ ਕਹਿੰਦੇ, ਨਹੀਂ, ਦਰਿਆਵਾਂ 'ਤੇ ਜਾ ਕੇ ਤੁਹਾਨੂੰ ਇਸ਼ਨਾਨ ਦੀ ਲੋੜ ਨਹੀਂ। ਮਾਗ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਤੂੰ ਸਾਧੂਆਂ ਦੀ ਸੰਗਤ ਕਰ ਤੇ ਉਹਨਾਂ ਦੀ ਚਰਨ ਧੂੜੀ ਲੈ ਕੇ ਉਹ 'ਚ ਇਸ਼ਨਾਨ ਕਰ। ਇਹੀ ਅਸਲ ਤੇਰਾ ਮਜਨ ਹੈ, ਇਹੀ ਤੇਰਾ ਤੀਰਥ ਇਸ਼ਨਾਨ ਹੈ। ਹੁਣ ਸਾਧੂਆਂ ਦੇ ਚਰਨ ਧੂੜ ਤੋਂ ਕੀ ਭਾਵ ਹੈ? ਸਾਧੂਆਂ ਦੇ ਚਰਨਾਂ ਤਾਂ ਮਿੱਟੀ ਲੱਗੀ ਹੋਈ ਨਹੀਂ ਹੁੰਦੀ। ਇਹਦਾ ਅਰਥ ਹੈ ਨਿਮਰਤਾ ਸਹਿਤ ਸਾਧੂਆਂ ਦੀ ਸੰਗਤ ਕਰਨਾ। ਨਿਮਰਤਾ ਸਹਿਤ ਸਾਧੂਆਂ ਦੀ ਸੰਗਤ ਕਰਨਾ, ਫਿਰ ਜੋ ਸਾਧੂ ਕਹਿੰਦੇ ਉਸ ਨੂੰ ਮੰਨਣਾ। ਅਸਲ 'ਚ ਇਹੀ ਤੀਰਥ ਇਸ਼ਨਾਨ ਹੈ। ਪਰ ਇਹ ਕੌਣ ਕਰੇ? ਉਹ ਸੌਖਾ, ਜਾਓ ਨਹਾਓ, ਸਮਝੋ ਬਸ ਹੋ ਗਿਆ ਤੀਰਥ ਇਸ਼ਨਾਨ। ਬੜੀ ਦੁਨੀਆ ਮਾਘੀ ਵਾਲੇ ਦਿਨ ਤਾਂ ਮੈਂ ਦੇਖਿਆ, ਬੜੀ ਦੁਨੀਆ ਇਸ਼ਨਾਨ ਕਰ ਰਹੀ ਹੁੰਦੀ ਹੈ। ਪੰਚਮ ਪਾਤਸ਼ਾਹ ਕਹਿੰਦੇ, ਨਹੀਂ, ਸਾਧੂਆਂ ਦੀ ਨਿਮਰਤਾ ਸਹਿਤ ਸੰਗਤ ਕਰੋ। ਅਸਲ 'ਚ ਇਹੀ ਮਜਨ ਹੈ, ਇਹੀ ਤੀਰਥ ਇਸ਼ਨਾਨ ਹੈ। ਤੀਰਥ ਇਸ਼ਨਾਨ ਦਾ ਮਤਲਬ ਕੀ ਹੈ ਹਿੰਦੂ ਧਰਮ ਅਨੁਸਾਰ? ਕਿ ਮਨ ਦੀ ਮੈਲ ਲੈਂਦੀ ਹੈ। ਸਿੱਖ ਧਰਮ ਇਸ ਗੱਲ ਨੂੰ ਨਹੀਂ ਮੰਨਦਾ। ਉਹ ਕਹਿੰਦੇ ਬਾਹਰੋਂ ਸਰੀਰ ਧੋਣ ਨਾਲ ਮਨ ਦੀ ਮੈਲ ਨਹੀਂ ਲੈਂਦੀ। ਮਨ ਦੀ ਮੈਲ ਤੇ ਨਾਮ ਜਪ ਕੇ ਤੇ ਬਾਣੀ ਪੜ੍ਹ ਕੇ ਲੈਂਦੀ ਹੈ।
ਜੇ ਨਹਾਉਣ ਨਾਲ ਹੀ ਮੈਲ ਲਹਿੰਦੀ ਹੋਵੇ ਫਿਰ ਨਾ ਪਾਠ ਕਰਨ ਦੀ ਲੋੜ ਹੈ, ਨਾ ਸਿਮਰਨ ਕਰਨ ਦੀ ਲੋੜ ਹੈ, ਨਾ ਕੋਈ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਹੈ। ਸਾਰੀ ਭਜਨ ਬੰਦਗੀ ਦਾ ਉਦੇਸ਼ ਕੀ ਹੈ? ਮਨ ਨੂੰ ਸਾਫ਼ ਕਰਨਾ। ਧਰਮ ਕਹਿੰਦੇ ਜਦੋਂ ਮਨ ਸਾਫ਼ ਹੋ ਜਾਂਦਾ ਨਾ, ਕਬੀਰ ਸਾਹਿਬ ਕਹਿੰਦੇ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਹੇ ਕਬੀਰ, ਜਦੋਂ ਤੇਰਾ ਮਨ ਗੰਗਾ ਦੇ ਪਾਣੀ ਵਾਂਗੂ ਸਾਫ਼ ਹੋ ਗਿਆ ਨਾ, ਰੱਬ ਨੇ ਤੇਰੇ ਮਗਰ ਮਗਰ ਫਿਰੀ ਜਾਣਾ ਤੇ ਆਵਾਜ਼ਾਂ ਮੰਨੇ, ਕਬੀਰ ਠਹਿਰ ਜਾ, ਕਬੀਰ ਠਹਿਰ ਜਾ, ਮੈਂ ਆ ਰਿਹਾ। ਇਹ ਮਨ ਨਿਰਮਲ ਕਰਨਾ। ਉਹ ਤਾਂ ਰਹਿੰਦੀ ਗੰਗਾ ਦੇ ਕੰਢੇ 'ਤੇ ਸਨ, ਉਹਨਾਂ ਨੂੰ ਫਿਰ ਇੰਨੀ ਭਜਨ ਬੰਦਗੀ ਕਰਨ ਦੀ ਕੀ ਲੋੜ ਸੀ ਜੇ ਗੰਗਾ ਇਸ਼ਨਾਨ ਕਰਕੇ ਮਨ ਪਵਿੱਤਰ ਹੁੰਦਾ। ਉਹਨੇ ਕਿਹਾ ਨਾਮ ਜਪ ਜਪ ਕੇ ਆਪਣਾ ਮਨ ਬਿਲਕੁਲ ਸਾਫ ਸੁਥਰਾ ਕਰ ਲੈ, ਆਪੇ ਤਾਂ ਰੱਬ ਮਿਲ ਜਾਏਗਾ। ਸਿੱਖ ਧਰਮ ਜਿਹੜਾ ਇਸ਼ਨਾਨ ਹੈ, ਗੁਰਮੁਖ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਰੋਗਾ। ਇਸ਼ਨਾਨ ਕਰਕੇ ਸਿਮਰਨ ਕਰ, ਫਿਰ ਤੇਰਾ ਮਨ ਅਤੇ ਤਨ ਸਾਫ ਹੋਵੇਗਾ। ਸੋ ਪੰਚਮ ਪਾਤਸ਼ਾਹ ਸਿੱਖਾਂ ਨੂੰ ਦ੍ਰਿੜ ਕਰਾਉਂਦੇ ਨੇ ਕਿ ਤੂੰ ਸਾਧੂਆਂ ਦੀ ਨਿਮਰਤਾ ਸਹਿਤ ਸੰਗਤ ਕਰ, ਇਹੀ ਤੇਰਾ ਮੱਜਨ ਹੈ, ਇਹੀ ਤੇਰਾ ਤੀਰਥ ਇਸ਼ਨਾਨ ਹੈ। ਸਾਧੂਆਂ ਦੀ ਸੰਗਤ ਜੋ ਕਰੇਗਾ ਤੂੰ, ਹਰ ਕਾ ਨਾਮ ਧਿਆਏ ਸੁਣ, ਤੂੰ ਫਿਰ ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦਾ ਨਾਮ ਸੁਣ, ਸਭਨਾਂ ਨੂੰ ਕਰ ਦਾਨ, ਅਤੇ ਇਹ ਨਾਮ ਦੂਜਿਆਂ ਨੂੰ ਵੀ ਦਾਨ ਕਰ। ਭਾਵ ਦੂਜਿਆਂ ਤੋਂ ਵੀ ਨਾਮ ਜਪਵਾ, ਆਪ ਵੀ ਨਾਮ ਜਪ, ਦੂਜਿਆਂ ਤੋਂ ਵੀ ਨਾਮ ਜਪਵਾ। ਜਦ ਤੂੰ ਇਹ ਕੰਮ ਕਰੇਂਗਾ ਫਿਰ ਕੀ ਹੋਏਗਾ? ਜਨਮ ਕਰਮ ਮਲ ਉਤਰੈ। ਜਨਮਾਂ ਜਨਮਾਂਤਰਾਂ ਦੇ ਜਿਹੜੇ ਅਸੀਂ ਕਰਮ ਕੀਤੇ, ਜਿਨ੍ਹਾਂ ਕਰਕੇ ਸਾਡੇ ਮਨ ਨੂੰ ਮੈਲ ਲੱਗ ਗਈ, ਉਹ ਮੈਲ ਉਤਰ ਜਾਏਗੀ। ਜੇ ਤੂੰ ਸਾਧੂਆਂ ਦੀ ਸੰਗਤ ਕਰੇਗਾ, ਉੱਥੇ ਬੈਠ ਕੇ ਨਾਮ ਜਪੇਗਾ, ਨਾਮ ਸੁਣੇਗਾ, ਦੂਜਿਆਂ ਨੂੰ ਜਪਣ ਲਈ ਕਹੇਗਾ, ਤੇਰੇ ਜਨਮੋਂ ਜਨਮਾਂਤਰਾਂ ਜੋ ਤੂੰ ਕਰਮ ਕੀਤੇ ਨੇ, ਉਹਨਾਂ ਕਰ ਜੋ ਮੈਲ ਲੱਗੀ ਸੀ ਉਹ ਉਤਰੈ, ਉਹ ਉਤਰ ਜਾਂਦੀ। ਇੱਕ ਤਾਂ ਮੈਲ ਉਤਰ ਗਈ, ਦੂਸਰਾ ਮਨ 'ਤੇ ਜਾਏ ਗੁਮਾਨ, ਗੁਮਾਨ ਦਾ ਹੰਕਾਰ, ਅਤੇ ਮਨ ਤੋਂ ਹੰਕਾਰ ਵੀ ਖਤਮ ਹੋ ਜਾਏਗਾ। ਕਿਉਂਕਿ ਜਿੱਥੇ ਹੰਕਾਰ ਹੁੰਦਾ ਤਾਂ ਪਰਮਾਤਮਾ ਨਹੀਂ ਹੁੰਦਾ। ਸਾਧਨ ਕੀ ਹੈ? ਸਤ ਸੰਗਤ ਕਰਨਾ ਅਤੇ ਨਾਮ ਜਪਣਾ। ਸਤ ਸੰਗਤ ਕਰਨੀ ਹੈ ਨਿਮਰਤਾ ਸਹਿਤ, ਸਾਧੂ ਦੀ ਮਿਲੇ ਉਹਦੀ ਕਰ ਲਓ, ਗੁਰੂ ਦੀ ਮਿਲੇ ਉਹਦੀ ਕਰ ਲਓ। ਨਿਮਰਤਾ ਸਹਿਤ ਸਤ ਸੰਗਤ ਕਰਨੀ ਹੈ, ਨਾਮ ਜਪਣੇ, ਨਾਮ ਜਪਾਉਣੇ। ਇਸ ਤਰ੍ਹਾਂ ਕਰਦਿਆਂ ਕਦੇ ਜਨਮਾਂ ਜਨਮਾਂਤਰਾਂ ਜੇ ਕਰਮਾਂ ਦੀ ਮੈਲ ਮਨ ਤੋਂ ਲੈ ਜਾਂਦੀ ਹੈ, ਅਤੇ ਮਨ ਤੋਂ ਹੰਕਾਰ ਵੀ ਖਤਮ ਹੋ ਜਾਂਦਾ ਹੈ। ਕਾਮ ਕ੍ਰੋਧ ਨਾ ਮੋਹੀ ਹੈ, ਬਿਨ ਸਹਿ ਲੋਭ ਸੋਨ। ਫਿਰ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਅਸੀਂ ਕਾਮ ਵਿੱਚ, ਕ੍ਰੋਧ ਵਿੱਚ ਫਿਰ ਨਹੀਂ ਫਸਦੇ। ਮਨੁੱਖ ਆਮ ਤੌਰ 'ਤੇ ਇਹ ਜਿਹੜੇ ਦੋ ਹੀ ਨੇ, ਹਾਲਾਂਕਿ ਪੰਜੇ ਹੀ ਨੁਕਸਾਨਦਾਇਕ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪਰ ਇਹ ਦੋ ਨੂੰ ਬੜਾ ਭਾਰੀ ਇਹ ਨੁਕਸਾਨ ਕਰਦਾ ਸਾਡਾ, ਕਾਮ ਅਤੇ ਕ੍ਰੋਧ। ਇਸ ਲਈ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਨਾਮ ਜਪਦੇ ਹਾਂ, ਤਾਂ ਸਾਡੇ ਅੰਦਰੋਂ ਕਾਮ ਅਤੇ ਕ੍ਰੋਧ ਦਾ ਜਿਹੜਾ ਮੋਹ ਹੈ ਖਤਮ ਹੋ ਜਾਂਦਾ ਹੈ।
ਅਸੀਂ ਕਾਮ ਅਤੇ ਕ੍ਰੋਧ ਦੇ ਵਿੱਚ ਫਸਦੇ ਨਹੀਂ ਹਾਂ। ਬਿਨ ਸਹਿ ਲੋਭ ਸਵਾਨ, ਸਵਾਨ ਦਾ ਕੁੱਤਾ, ਕੁੱਤੇ ਨੂੰ ਲਾਲਚੀ ਕਿਹਾ ਗਿਆ ਹੈ ਅਤੇ ਲਾਲਚ ਨੂੰ ਕੁੱਤਾ ਕਿਹਾ ਗਿਆ ਹੈ। ਦੇਖੋ ਗਰੀਡੀ ਡੌਗ ਹੁੰਦੀ ਕਹਾਣੀ, ਗਰੀਡੀ ਕੈਟ ਜਾਂ ਗਰੀਡੀ ਰੈਟ ਨਹੀਂ ਆਉਂਦਾ। ਇੱਥੇ ਬਾਣੀ 'ਚ ਵੀ ਸਵਾਨ ਕੁੱਤਾ ਹੀ ਲਿਖਿਆ ਹੋਇਆ। ਇੰਗਲਿਸ਼ ਵਿੱਚ ਕਹਿੰਦੇ ਗਰੀਡੀ ਡੌਗ, ਲਾਲਚੀ ਕੁੱਤਾ ਜੀ। ਲੋਭ ਕੁੱਤੇ ਦੀ ਨਿਆਈ ਹੈ, ਅੰਦਰੋਂ ਉਹ ਵੀ ਖਤਮ ਹੋ ਜਾਂਦਾ ਹੈ। ਜਦੋਂ ਬੰਦਾ ਸਾਧੂਆਂ ਦੀ ਸੰਗਤ ਕਰਦਾ, ਨਾਮ ਜਪਦਾ, ਫਿਰ ਉਹਦੇ ਅੰਦਰੋਂ ਕਾਮ, ਕ੍ਰੋਧ, ਲੋਭ ਇਹ ਖਤਮ ਹੋ ਜਾਂਦੇ ਹਨ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਂ, ਸੱਚੇ ਪਰਮਾਤਮਾ ਦੇ। ਇੱਕ ਉਹਦਾ ਸੱਚਾ, ਉਹਦਾ ਵਿਰੋਧੀ ਸ਼ਬਦ ਹੈ ਝੂਠਾ। ਦੂਜਾ ਸੱਚੇ, ਉਹਦਾ ਵਿਰੋਧੀ ਸ਼ਬਦ ਹੈ ਝੂਠੇ। ਇਹ ਸੱਚੇ ਪਰਮਾਤਮਾ ਦੇ, ਸੱਚੇ ਮਾਰਗ ਚਲਦਿਆਂ, ਪਰਮਾਤਮਾ ਦੇ ਰਾਹ 'ਤੇ ਚਲਦਿਆਂ ਹੋਇਆਂ। ਹੁਣ ਜੀਵਨ ਦਾ ਉਦੇਸ਼ ਹੈ ਪਰਮਾਤਮਾ ਦੀ ਪ੍ਰਾਪਤੀ, ਅਤੇ ਪਰਮਾਤਮਾ ਦੀ ਪ੍ਰਾਪਤੀ ਤਾਂ ਹੀ ਹੋਵੇਗਾ ਜਿਹੜਾ ਪਰਮਾਤਮਾ ਨੂੰ ਰਸਤਾ ਜਾ ਰਿਹਾ, ਉਸ ਰਸਤੇ 'ਤੇ ਬੰਦਾ ਤੁਰੇ। ਤੁਸੀਂ ਕਹੋਗੇ ਜੀ ਵੀ ਉਹ ਕਿਹੜਾ ਰਸਤਾ ਹੈ ਜਿਸ 'ਤੇ ਤੁਰ ਕੇ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ? ਕੀ ਉਹ ਕੋਈ ਸੜਕ ਬਣੀ ਹੋਈ ਹੈ? ਨਹੀਂ, ਐਸਾ ਨਹੀਂ ਹੈ। ਸ਼ੁਭ ਕਰਮ ਕਰਨੇ ਅਤੇ ਨਾਮ ਜਪਣਾ, ਇਹ ਹੈ ਰਸਤਾ, ਇਹ ਹੈ ਢੰਗ ਤਰੀਕਾ ਜਿਹਦੇ ਨਾਲ ਪਰਮਾਤਮਾ ਮਿਲਦਾ ਹੈ। ਉਹਨੂੰ ਕਹਿੰਦੇ ਸੱਚਾ ਮਾਰਗ। ਇਹ ਨਾਮ ਦੇ ਮਾਰਗ 'ਤੇ ਚੱਲਦਿਆਂ ਨਾ ਉਸਤਤ ਕਰੇ ਜਹਾਨ, ਸੰਸਾਰ ਵਡਿਆਈ ਕਰਦਾ। ਜਦੋਂ ਤੁਸੀਂ ਸਹੀ ਜੀਵਨ ਜਿਵੋ ਅਤੇ ਨਾਮ ਜਪਦੇ ਰਹੋ, ਤੁਸੀਂ ਸਮਝੋ ਤੁਸੀਂ ਸੱਚੇ ਮਾਰਗ 'ਤੇ ਚੱਲ ਪਏ ਹੋ, ਤੁਸੀਂ ਰੱਬੀ ਰਸਤੇ 'ਤੇ ਤੁਰ ਪਏ ਹੋ। ਸੰਸਾਰ ਆਪੇ ਹੀ ਤੁਹਾਡੀ ਵਡਿਆਈ ਕਰਨ ਲੱਗ ਜਾਏਗਾ। ਸਿਆਣੇ ਕਹਿੰਦੇ ਨੇ ਕੰਮ ਕਰੀਏ ਆਪਣਾ, ਸੋਭਾ ਜਹਾਨ ਦੀ। ਮੰਨ ਲਓ ਮੈਂ ਨਾਮ ਜਪਦਾ, ਬਾਣੀ ਪੜ੍ਹਦਾ, ਉਹਦਾ ਲਾਭ ਤਾਂ ਮੈਨੂੰ ਹੈ, ਤੁਹਾਨੂੰ ਤਾਂ ਨਹੀਂ ਨਾ ਹੈਗਾ। ਇੱਕ ਬੱਚਾ ਹੈ, ਉਹ ਬਹੁਤ ਪੜ੍ਹਾਈ ਕਰਦਾ ਹੈ, ਬਹੁਤ ਹੁਸ਼ਿਆਰ ਹੈ, ਵੱਡੇ ਹੋ ਕੇ ਫਾਇਦਾ ਤਾਂ ਉਹਨੂੰ ਹੀ ਹੋਣਾ, ਪਰ ਲੋਕ ਵਡਿਆਈ ਕਰਦੇ। ਉਹ ਫਲਾਣੇ ਦਾ ਮੁੰਡਾ ਦੇਖ ਕਿੰਨਾ ਮਿਹਨਤੀ ਹੈ, ਫਲਾਣੇ ਦਾ ਮੁੰਡਾ ਦੇਖੋ ਕਿੰਨਾ ਹੁਸ਼ਿਆਰ ਹੈ, ਫਲਾਣੇ ਦਾ ਮੁੰਡਾ ਦੇਖੋ ਕਿੰਨਾ ਚੰਗਾ ਹੈ। ਵਡਿਆਈ ਲੋਕ ਕਰਦੇ ਨੇ। ਨਾਮ ਤੁਸੀਂ ਜਪਣਾ, ਵਡਿਆਈ ਸੰਸਾਰ ਤੁਹਾਡੀ ਕਰੇਗਾ। ਸਿਰਫ ਸਹੀ ਮਾਰਗ 'ਤੇ ਤੁਰਦੇ ਜਾਣਾ ਹੈ, ਅਤੇ ਸਹੀ ਮਾਰਗ ਹੈ ਸਹੀ ਕੰਮ ਕਰੋ ਅਤੇ ਨਾਲ ਨਾਮ ਜਪੋ। ਬਸ ਜੇ ਅਸੀਂ ਗਲਤ ਕੰਮ ਕਰਾਂਗੇ ਫਿਰ ਸੰਸਾਰ ਨੇ ਸਾਡੀ ਵਡਿਆਈ ਨਹੀਂ ਕਰਨੀ। ਸਹੀ ਕਰਮ ਕਰਨੇ। ਜੇ ਕਰਮ ਹੀ ਸਹੀ ਨਹੀਂ ਤਾਂ ਚਾਹੇ 10 ਜਨਮ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ, ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇਗੀ। ਕਿਉਂ? ਜਿੰਨਾ ਅਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਮਨ ਦੀ ਮੈਲ ਲਾਹੀ, ਉਹਨਾਂ ਮਾੜਾ ਕੰਮ ਕਰਕੇ ਫਿਰ ਮੈਲ ਦੁਬਾਰਾ ਲਾ ਲਈ, ਉਹ ਤਾਂ ਕਦੇ ਉਤਰੇਗੀ ਨਹੀਂ। ਮੈਲ ਤਾਂ ਉਤਰਦੀ ਹੈ ਜੇ ਮੁੜ ਕੇ ਮੈਲ ਨਾ ਲੱਗਣ ਦਿੱਤੀ ਜਾਵੇ, ਤਾਂ ਉਤਰਦੀ ਹੈ। ਜਦੋਂ ਅਸੀਂ ਮੁੜ ਕੇ ਮਾੜਾ ਕੰਮ ਹੀ ਨਹੀਂ ਕਰਾਂਗੇ, ਫਿਰ ਦੁਬਾਰਾ ਮੈਲ ਨਹੀਂ ਲੱਗਦੀ। ਵੇਸਵਾ ਹੈ, ਸੋਝੀ ਆ ਗਈ ਹੈ, ਸਾਧੂ ਦੀ ਸੰਗਤ ਪ੍ਰਾਪਤ ਹੋ ਗਈ ਹੈ, ਬਸ ਮੁੜ ਕੇ ਵੇਸਵਾ ਗਮਨੀ ਛੜਤੀ ਹੈ। ਜਿਹੜਾ ਮਾੜਾ ਕੰਮ ਸੀ ਉਹ ਬੰਦ ਕਰਦਾ ਹੈ, ਅਤੇ ਨਾਮ ਜਪਦੀ ਰਹਿੰਦੀ ਹੈ, ਜਪਦੀ ਰਹਿੰਦੀ ਹੈ, ਜਪਦੀ ਰਹਿੰਦੀ ਹੈ। ਨਵੀਂ ਮੈਲ ਲੱਗਣ ਨਹੀਂ ਦਿੱਤੀ, ਪਹਿਲੀ ਲੱਗੀ ਹੋਈ ਨਾਮ ਜਪ ਜਪ ਕੇ ਲਾਤੀ ਹੈ। ਅਤੇ ਭਾਈ ਗੁਰਦਾਸ ਕਹਿੰਦੇ ਜਦੋਂ ਗਰਕਾ ਮਰੀ ਨਾ, ਬੈਕੁੰਠ ਧਾਮ ਨੂੰ ਗਏ, ਸਵਰਗਾਂ ਨੂੰ ਚਲੀ ਗਈ। ਕਿਉਂ?
ਉਹਨੇ ਮਨ ਨੂੰ ਮੁੜ ਕੇ ਮੈਲ ਲੱਗਣ ਹੀ ਨਹੀਂ ਦਿੱਤੀ। ਇਹ ਜ਼ਰੂਰੀ ਹੁੰਦਾ। ਜਿਸ ਨੇ ਸੱਚੇ ਮਾਰਗ 'ਤੇ ਚੱਲਣਾ ਨਾ, ਇਹ ਕੰਮ ਸੌਖਾ ਨਹੀਂ ਹੈਗਾ। ਬਾਣੀ ਪੜ੍ਹ ਲੈਣੀ, ਨਿਤਨੇਮ ਕਰ ਲੈਣਾ, ਕੀਰਤਨ ਸੁਣ ਲੈਣਾ, ਇਹ ਗੱਲਾਂ ਸੁਣ, ਇਹ ਕੋਈ ਔਖੀਆਂ ਨਹੀਂ ਹੁੰਦੀਆਂ। ਇਹ ਕੋਈ ਔਖੀਆਂ ਨਹੀਂ ਹੈਗੀਆਂ। ਪਾਠ ਅਸੀਂ 5.5 ਮਹੀਨਿਆਂ 'ਚ ਸਿਖਾ ਦਿੰਦੇ ਹਾਂ, ਪੜ੍ਹ ਕੇ ਲੱਗ ਜਾਓਗੇ ਤੁਸੀਂ। ਇਹ ਕੋਈ ਔਖਾ ਕੰਮ ਨਹੀਂ। ਅਗਰ ਤੁਹਾਨੂੰ ਪਰਮਾਤਮਾ ਨੇ ਆਵਾਜ਼ ਸੁਰੀਲੀ ਦਿੱਤੀ ਹੈ, ਤੁਸੀਂ ਸਾਲ 'ਚ ਕੀਰਤਨੀ ਬਣ ਸਕਦੇ ਹੋ ਸਿੱਖ ਕੇ। ਅਗਰ ਤੁਹਾਡੀ ਰੁਚੀ ਹੈ ਕਥਾ ਵਾਰਤਾ ਦੀ, 2-3 ਸਾਲ ਲਾ ਕੇ ਤੁਸੀਂ ਕਥਾਕਾਰ ਬਣ ਸਕਦੇ ਹੋ। ਇਹ ਇੰਨਾ ਔਖਾ ਨਹੀਂ। ਸੱਚੇ ਮਾਰਗ 'ਤੇ ਚੱਲਣਾ ਹੀ ਔਖਾ ਹੈ। ਇਸ ਮਾਰਗ 'ਤੇ ਚੱਲਣਾ ਔਖਾ ਹੈ। ਜਦੋਂ ਇੱਕ ਵਾਰੀ ਚੱਲ ਪਏ ਕੋਈ ਬੰਦਾ, ਚਾਹੇ 50 ਸਾਲ ਦੀ ਉਮਰ 'ਚ ਉਹਨੂੰ ਸੋਝੀ ਆ ਜਾਏ, ਕੋਈ ਜ਼ਰੂਰੀ ਕਿ ਉਹਨੂੰ ਬਚਪਨ ਤੋਂ ਸੋਝੀ ਆ ਜਾਏ। ਜਦੋਂ ਵੀ ਉਹਨੂੰ ਸੋਝੀ ਆ ਜਾਏ, ਜੇ ਉਦੋਂ ਹੀ ਉਹ ਚੱਲ ਪਏ ਅਤੇ ਮੁੜ ਕੇ ਮੈਲ ਨਾ ਲੱਗਣ ਦੇਵੇ, ਤਾਂ ਇਸੇ ਜਨਮ 'ਚ ਪ੍ਰਾਪਤੀ ਹੋ ਸਕਦੀ ਹੈ। ਅਤੇ ਜੇ ਨਹੀਂ ਹੋ ਰਹੀ, ਤਾਂ ਇਹਦਾ ਮਤਲਬ ਮੁੜ ਕੇ ਮੈਲ ਕਿਤੇ ਨਾ ਕਿਤੇ ਲੱਗ ਰਹੀ ਹੈ। ਸੋ ਸੱਚੇ ਮਾਰਗ 'ਤੇ ਚੱਲਣਾ ਹੈ, ਸਹੀ ਰਾਹ 'ਤੇ ਚੱਲਣਾ ਹੈ। ਉਹ ਰੱਬ, ਉਹ ਰਾਹ, ਉਹ ਢੰਗ ਤਰੀਕਾ ਜਿਸ ਨਾਲ ਪਰਮਾਤਮਾ ਮਿਲਦਾ ਹੈ। ਅਤੇ ਉਹ ਬਿਲਕੁਲ ਸੌਖਾ ਬਾਣੀ ਦੱਸਿਆ ਹੋਇਆ ਕਿ ਸ਼ੁਭ ਕਰਮ ਕਰਨੇ ਨੇ ਅਤੇ ਨਾਮ ਜਪੀ ਜਾਣਾ। ਬਸ ਇੱਕ ਦਿਨ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਨਾਲੇ ਸੰਸਾਰ ਵਡਿਆਈ ਕਰੇਗਾ, ਉਸਤਤ ਕਰੇ ਜਹਾਨ, ਸੰਸਾਰ ਵਡਿਆਈ ਕਰਦਾ। 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। 68 ਤੀਰਥ ਹਿੰਦੂ ਧਰਮ ਅਨੁਸਾਰ ਜਿਹੜਾ 68 ਤੀਰਥਾਂ 'ਤੇ ਇਸ਼ਨਾਨ ਕਰ ਲੈਣਾ, ਉਹਨੂੰ ਮੁਕਤੀ ਮਿਲ ਜਾਂਦੀ ਹੈ। ਗੁਰਬਾਣੀ ਕਹਿੰਦੀ 68 ਤੀਰਥ, 68 ਤੀਰਥਾਂ ਦਾ ਇਸ਼ਨਾਨ ਕਰਕੇ ਜੋ ਫਲ ਮਿਲਦਾ ਹੈ, ਸਗਲ ਪੁੰਨ, ਸਾਰੇ ਪੁੰਨ ਕਰਕੇ ਜੋ ਫਲ ਮਿਲਦਾ ਹੈ, ਜੀ ਦਇਆ ਪ੍ਰਵਾਨ, ਅਤੇ ਜੀਵਾਂ 'ਤੇ ਦਇਆ ਕਰਕੇ ਜੋ ਫਲ ਮਿਲਦਾ ਹੈ, ਉਹ ਤਾਂ ਕਦੇ ਨਾਮ ਜਪਣ ਨਾਲ ਹੀ ਮਿਲ ਜਾਂਦਾ। ਉਹ ਤਾਂ ਸਾਧੂ ਗੁਰੂ ਦੀ ਸੰਗਤ ਕਰਨ ਨਾਲ ਅਤੇ ਨਾਮ ਜਪਣ ਨਾਲ ਇਹ ਵੈਸੇ ਮਿਲ ਜਾਂਦਾ। ਇਸ ਲਈ ਸਿੱਖ ਨੂੰ ਤਾਂ ਲੋੜ ਹੀ ਨਹੀਂ 68 ਤੀਰਥਾਂ 'ਤੇ ਜਾਣ ਦੀ। ਨਾਮ ਜਪੀ ਜੋ, ਇਸੇ ਵਿੱਚ ਹੀ ਹੈ। ਨਾਮ ਦੇ ਵਿੱਚ ਹੀ ਤੀਰਥ ਇਸ਼ਨਾਨ ਹੈ, ਨਾਮ ਦੇ ਵਿੱਚ ਵੀ ਪੁੰਨਦਾਨ ਹੈ, ਨਾਮ ਦੇ ਵਿੱਚ ਹੀ ਦਇਆ। ਨਾਮ ਜਪਣ ਵਾਲਾ ਹੁੰਦਾ ਹੀ ਦਿਆਲੂ ਹੈ। ਜੋ ਦਿਆਲੂ ਹੀ ਨਹੀਂ, ਤਾਂ ਇਹਦਾ ਮਤਲਬ ਅਜੇ ਉਹਦਾ ਮਨ ਸਾਫ਼ ਹੀ ਨਹੀਂ ਹੋਇਆ। ਜੇ ਅਸੀਂ ਕਰੂਅਲ ਹਾਂ ਨਾ, ਸਾਨੂੰ ਕਿਸੇ ਤਰਸ ਨਹੀਂ ਕਿਸੇ ਜੀਵ 'ਤੇ ਆਉਂਦਾ, ਅਸੀਂ ਜੀਵਾਂ ਨੂੰ ਹੀ ਮਾਰ ਮਾਰ ਕੇ ਖਾ ਰਹੇ ਆਪਣੇ ਸਵਾਦ ਲਈ। ਇਹਦੇ ਵਿੱਚ ਸਾਡੇ 'ਤੇ ਤਰਸ ਭਾਵਨਾ ਨਹੀਂ ਹੈ। ਅਜੇ ਨਹੀਂ ਗੱਲ ਬਣਨੀ ਸਾਡੀ, ਅਜੇ ਸਾਡੀ ਗੱਲ ਨਹੀਂ ਬਣਨੀ। ਅਸੀਂ ਤਾਂ ਜੀਵ ਦੇ ਸਵਾਦਾਂ 'ਚ ਹੀ ਪਏ ਹੋਏ ਹਾਂ, ਜਾਨਵਰਾਂ ਨੂੰ ਮਾਰ ਮਾਰ ਕੇ ਖਾ ਰਹੇ ਹਾਂ। ਸਾਨੂੰ ਕੋਈ ਖਾਵੇ। ਦੇਖੋ, ਸਿੱਖ ਇਤਿਹਾਸ 'ਚ ਇੱਕੋ ਹੀ ਹੋਇਆ ਜਿਹੜਾ ਬੰਦਿਆਂ ਨੂੰ ਖਾਂਦਾ ਸੀ, ਕੌਡਾ। ਅਸੀਂ ਉਹਦਾ ਨਾਂ ਰੱਖਤਾ ਰਾਖਸ਼ਿਸ਼। ਨਾਂ ਤਾਂ ਅਸੀਂ ਰੱਖਿਆ, ਉਹ ਤਾਂ ਕੌਡਾ ਹੀ ਸੀ। ਉਹਦਾ ਨਾਮ ਤਾਂ ਕੌਡਾ ਸੀ। ਰਾਖਸ਼ਿਸ਼ ਤੇ ਅਸੀਂ ਰੱਖਿਆ। ਕਿਉਂ ਰੱਖਿਆ? ਕਿਉਂਕਿ ਸਾਨੂੰ ਖਾਂਦਾ। ਜੋ ਕਿਸੇ ਜਾਨਵਰ ਨੂੰ ਖਾ ਰਿਹਾ ਹੁੰਦਾ, ਕਿਸੇ ਪਸ਼ੂ ਨੂੰ ਖਾ ਰਿਹਾ ਹੁੰਦਾ, ਅਸੀਂ ਕੁਛ ਨਹੀਂ ਸੀ ਉਹਨੂੰ ਕਹਿਣਾ। ਅਸੀਂ ਰਾਖਸ਼ਿਸ਼ ਨਹੀਂ ਸੀ ਕਹਿਣਾ। ਅਸੀਂ ਰਾਖਸ਼ਿਸ਼ ਨੂੰ ਇਸ ਲਈ ਕਿਹਾ ਕਿ ਸਾਨੂੰ ਖਾਂਦਾ। ਫਿਰ ਸਾਨੂੰ ਤਕਲੀਫ ਹੋਈ, ਕਿਉਂਕਿ ਸਾਨੂੰ ਖਾਂਦਾ, ਉਹ ਬੰਦੇ ਨੂੰ ਖਾਂਦਾ ਹੈ। ਇਸ ਲਈ ਅਸੀਂ ਉਹਦਾ ਨਾਂ ਰਾਖਸ਼ਿਸ਼ ਰੱਖਤਾ ਹੈ। ਆਪਣੇ ਦੇ ਕਦੇ ਝਾਤੀ ਨਹੀਂ ਮਰ ਗਈ, ਅਸੀਂ ਇੰਨੀਆਂ ਨੂੰ ਖਾ ਰਹੇ ਹਾਂ, ਅਸੀਂ ਬੰਦੇ ਰਾਖਸ਼ਿਸ਼ ਦੇ ਵੀ ਬਾਪ ਹੋਵਾਂਗੇ। ਆਪਣੇ ਅੰਦਰ ਕੋਈ ਝਾਤੀ ਨਹੀਂ ਮਾਰਦਾ, ਉਹਨੂੰ ਵਿਚਾਰੇ ਨੂੰ ਬਦਨਾਮ ਕਰਦੇ। ਕੌਡਾ ਰਾਖਸ਼ੀ ਪੁੱਤ ਕਦੋਂ ਕਿੰਨੇ 100 ਸਾਲ ਹੋ ਗਏ ਵਿਚਾਰਾ ਮਰ ਖੱਪ ਗਿਆ ਹੈ। ਉਹ ਤਾਂ ਗੁਰੂ ਨਾਨਕ ਜੀ ਉਹਨੂੰ ਤਾਂ ਸੰਤ ਬਣਾਤਾ ਸੀ। ਮੱਧ ਪ੍ਰਦੇਸ਼ ਦਾ ਉਹਨੂੰ ਪ੍ਰਚਾਰਕ ਲਾਤਾ ਸੀ ਸਿੱਖ ਧਰਮ ਦਾ।
ਅਸੀਂ ਫੇਰ ਵੀ ਉਹਦਾ ਖਹਿੜਾ ਨਹੀਂ ਛੱਡਦੇ। ਉਹਦੇ ਨਾਲ ਆਇਆ ਰਾਖਸ਼। ਹੋਰ ਕੋਈ ਕਾਰਨ ਨਹੀਂ, ਇਹੀ ਕਾਰਨ ਹੈ ਕਿ ਉਹ ਸਾਨੂੰ ਖਾਂਦਾ ਸੀ। ਇਸ ਕਰਕੇ ਸੋ ਜੇ ਅਸੀਂ ਕਿਸੇ ਨੂੰ ਖਾ ਰਹੇ ਹਾਂ ਤਾਂ ਅਸੀਂ ਕੌੜੇ ਤੋਂ ਘੱਟ ਨਹੀਂ ਹਾਂ। ਕਹੇ ਜੀ ਮੁਰਗਿਆਂ ਦਾ, ਡੰਗਰਾਂ ਦਾ ਕੀ ਕਰਨਾ ਜੀ, ਖਾਣ ਲਈ ਬਣੇ ਹੋਏ ਨੇ, ਨਹੀਂ ਖਾਣ ਲਈ ਐਂ ਕਹਿੰਦੇ। ਇਹ ਮੁਰਗੀਆਂ ਖਾਣ ਲਈ ਹੁੰਦੇ ਨੇ ਜੀ, ਇਹ ਭੇਡਾਂ ਬੱਕਰੀਆਂ ਖਾਣ ਲਈ ਨੇ ਜੀ। ਹੋਰ ਇਹਨਾਂ ਦਾ ਕੀ ਅਚਾਰ ਪਾਉਣਾ ਜੀ? ਉਹਨੂੰ ਕਿ ਤੇਰਾ ਅਚਾਰ ਪਾਉਣਾ, ਤੇਰੇ ਬਿਨਾਂ ਕੀ ਗੱਡਾ ਖੜਾ? ਤੈਨੂੰ ਖਾਵੇ ਤੇ ਰਾਖਸ਼ ਹੈ, ਤੂੰ ਖਾਵੇਂ ਤੇ ਉਹਦਾ ਵੀ ਮੇਰੇ ਖਾਣ ਲਈ ਬਣਿਆ ਹੋਇਆ ਹੈ। ਇਹਦੇ ਮੈਂ ਅੰਦਰ ਦਇਆ ਨਹੀਂ ਹੈ, ਨਹੀਂ ਗੱਲ ਬਣਨੀ। ਚਾਹੇ 20 ਜਨਮ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ, ਜਿਨ੍ਹਾਂ 'ਚ ਅੰਦਰ ਦਇਆ ਹੀ ਨਹੀਂ ਹੈ ਉਹਨਾਂ 'ਚ ਨਹੀਂ ਗੱਲ ਬਣਿਆ ਕਰਦੇ। ਕਹਿੰਦੇ 68 ਤੀਰਥਾਂ ਦੇ ਇਸ਼ਨਾਨ ਦਾ ਜੋ ਫਲ ਮਿਲਦਾ, ਸਾਰੇ ਪੁੰਨ ਕਰਨ ਦਾ ਜੋ ਫਲ ਮਿਲਦਾ ਹੈ, ਜੋ ਜੀਵਾਂ 'ਤੇ ਦਇਆ ਕਰਨ ਦਾ ਫਲ ਮਿਲਦਾ ਹੈ, ਉਹ ਸਾਰਾ ਨਾਮ ਜਪਣ ਨਾਲ ਹੀ ਮਿਲ ਜਾਣਾ ਹੈ। ਉਹ ਸਾਧੂਆਂ ਦੀ ਸੰਗਤ ਕਰਕੇ ਤੇ ਨਾਮ ਜਪ ਕੇ ਹੀ ਮਿਲ ਜਾਣਾ ਹੈ। ਜੇ ਤੁਸੀਂ ਸਾਧੂਆਂ ਦੀ ਸੰਗਤ ਕਰਦੇ ਹੋ, ਇੱਕ ਵੀ ਮੈਨੂੰ ਸਾਧੂ ਨਹੀਂ ਮਿਲਿਆ ਜਿਹੜਾ ਕਹੇ ਵੀ ਮੀਟ ਖਾਇਆ ਕਰੋ। ਨਾ, ਮੈਂ ਕਿੰਨੇ ਹੀ ਸਾਧੂਆਂ ਨਾਲ ਮੇਰਾ ਪ੍ਰੇਮ ਰਿਹਾ ਅਤੇ ਹੁਣ ਵੀ ਹੈ। ਬੜਿਆਂ ਦੇ ਮੈਂ ਦੀਵਾਨ ਸੁਣੇ ਨੇ, ਆਪਸੀ ਵਿਚਾਰ ਵਟਾਂਦਰਾ ਕੀਤਾ ਹੈ, ਪਰ ਕਿਸੇ ਸਾਧੂ ਨੇ ਇਹ ਨਹੀਂ ਕਿਹਾ ਤੁਸੀਂ ਮੀਟ ਖਾਇਆ ਕਰੋ। ਕਿਉਂ? ਉਹਨਾਂ ਦੇ ਅੰਦਰ ਦਇਆ ਹੈ। ਦਇਆਵਾਨ ਬੰਦਾ ਕਦੇ ਵੀ ਨਹੀਂ ਕਹਿੰਦਾ ਤੁਸੀਂ ਕਿਸੇ ਨੂੰ ਜੀਵ ਦੇ ਸਵਾਦ ਲਈ ਮਾਰ ਕੇ ਖਾਓ। ਇਸ ਲਈ ਕਹਿੰਦੇ ਨਾਮ ਜਪਣ ਦੇ ਵਿੱਚ ਅਤੇ ਸਾਧੂ ਦੀ ਸੰਗਤ ਕਰਨ ਵਿੱਚ ਹੀ ਇਹ ਸਾਰੇ ਤੀਰਥਾਂ ਦੇ ਇਸ਼ਨਾਨਾਂ ਦਾ ਫਲ ਹੈ, ਸਾਰੇ ਪੁੰਨ ਦਾਨ ਦਾ ਫਲ ਹੈ, ਸਾਰੇ ਦਇਆ ਦਾ ਫਲ ਹੈ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਕਹਿੰਦੇ ਜਿਸ ਇਨਸਾਨ ਨੂੰ ਪਰਮਾਤਮਾ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿੰਦਾ ਨਾ, ਸਾਧੂਆਂ ਦੀ ਸੰਗਤ ਦੇ ਦਿੰਦਾ, ਨਾਮ ਦੀ ਦਾਤ ਦੇ ਦਿੰਦਾ ਨਾ, ਸੋਈ ਪੁਰਖ ਸੁਜਾਨ। ਸੁਜਾਨ ਸਿਆਣੇ ਨੂੰ ਕਹਿੰਦੇ, ਅਸਲ ਉਹੀ ਇਨਸਾਨ ਸਿਆਣਾ ਹੈ ਕਿ ਪਰਮਾਤਮਾ ਦੀ ਕਿਰਪਾ ਕਰਕੇ ਉਹਨੂੰ ਦਾਤ ਦਿੱਤੀ ਸਤ ਸੰਗਤ ਦੀ ਅਤੇ ਨਾਮ ਜਪਣ ਦੀ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ ਨਾ, ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਮਾਗ ਸੁੱਚੇ ਸੇ ਕਾਂਢੀਏ। ਜਿਹਨਾਂ ਨਹੀਂ ਪਤਾ ਨਾ ਉਹ ਕਹਿੰਦੇ ਮਾਗ ਸੁੱਚੇ ਸੇ ਕਾਢੀਏ। ਕਾਢੀਆਂ ਹੁੰਦਾ ਕੱਢ ਦੇਣਾ ਕਿਸੇ ਨੂੰ ਬਾਹਰ। ਕਾਂਢੀਏ ਹਿੰਦੀ ਦਾ ਸ਼ਬਦ ਹੈ, ਕਹੇ ਜਾਂਦੇ ਹਨ। ਕਾਂਢੀਏ ਕਹੇ ਜਾਂਦੇ ਹਨ। ਮਾਗ ਸੁੱਚੇ ਸੇ ਕਾਂਢੀਏ, ਉਹਨਾਂ ਨੂੰ ਸੁੱਚੇ ਕਿਹਾ ਜਾਂਦਾ ਹੈ। ਸੁੱਚੇ ਮਨ ਦੇ ਸੁੱਚੇ ਹੋਣੇ। ਕਹਿੰਦੇ ਸੁੱਚੇ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ 'ਤੇ ਪੂਰਾ ਗੁਰੂ ਮਿਹਰਬਾਨ ਹੋ ਜਾਏ। ਜਿਹਨਾਂ 'ਤੇ ਪੂਰਾ ਗੁਰੂ ਕਿਰਪਾ ਕਰਦੇ ਨਾ, ਉਹਨਾਂ ਦਾ ਮਨ ਸੁੱਚਾ ਹੋ ਜਾਂਦਾ ਹੈ। ਸੋ ਇਸ ਲਈ ਸਿੱਖ ਨੇ ਜਿਹੜਾ ਹੈ ਉਹ ਭਜਨ ਬੰਦਗੀ ਕਰਨੀ ਹੈ, ਸ਼ੁਭ ਕਰਮ ਕਰਨੇ, ਇਸੇ ਵਿੱਚ ਹੀ ਸਭ ਕੁਛ ਆ ਜਾਂਦਾ ਹੈ। ਜਿਵੇਂ ਕਹਿੰਦੇ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ, ਕਿਉਂਕਿ ਹਾਥੀ ਦਾ ਪੈਰ ਸਾਰੇ ਜਾਨਵਰਾਂ ਨਾਲੋਂ ਵੱਡਾ ਹੁੰਦਾ। ਇਸ ਕਰਕੇ ਇਹ ਨਾਮ ਦੇ ਵਿੱਚ ਸਭ ਕੁਛ ਹੀ ਹੈ। ਐਸੀ ਚੀਜ਼ ਇਹ ਕੱਢੀ ਹੈ ਸਾਧੂਆਂ ਨੇ, ਪੈਗੰਬਰਾਂ ਨੇ, ਪੀਰਾਂ ਨੇ, ਕਿ ਨਾਮ ਦੇ ਵਿੱਚ ਸਭ ਕੁਛ ਹੀ ਹੈ। ਸਭ ਕੁਛ ਹੈ। ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਸਦਾ ਪਰਮਾਤਮਾ ਦੀ ਯਾਦ ਨੂੰ ਹਿਰਦੇ 'ਚ ਵਸਾ ਕੇ ਰੱਖਦਾ ਨਾ,
ਇਹ ਸਾਰੇ ਧਨ ਦੌਲਤ ਸੁੱਖ ਅਤੇ ਸਾਰੀਆਂ ਕਰਾਮਾਤੀ ਸ਼ਕਤੀਆਂ ਉਹਦੇ ਵਗਰ ਵਗਰ ਲੱਗੀਆਂ ਫਿਰਦੀਆਂ। ਹੁਣ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਅੱਜ ਸੰਸਾਰ ਥੁੜਾਂ ਦਾ ਮਾਰਿਆ ਹੋਇਆ ਹੈ। ਜਿਹੜਾ ਨਾਮ ਜਪਦੇ ਜਪਦੇ ਇਸ ਅਵਸਥਾ 'ਤੇ ਪਹੁੰਚ ਜਾਂਦਾ, ਸਭ ਕੁਛ ਉਹਦੇ ਮਗਰ ਮਗਰ ਲੱਗਿਆ ਫਿਰਦਾ ਹੈ। ਉਹਨੂੰ ਕਿਸੇ ਚੀਜ਼ ਦੀ ਕਮੀ ਹੀ ਨਹੀਂ ਆਉਂਦੀ। ਉਹ ਆਪ ਦਾਤਾ ਬਣ ਜਾਂਦਾ ਹੈ। ਪਹਿਲਾਂ ਨਾਮ ਜਪਣ ਤੋਂ ਪਹਿਲਾਂ ਸਾਰੀ ਦੁਨੀਆ ਭਿਖਾਰੀ ਹੈ। ਇਹ ਭਿਖਾਰੀ ਹੈ, ਇੱਕ ਦੂਜੇ ਤੋਂ ਮੰਗਦੇ ਫਿਰਦੇ ਨੇ। ਨਾਮ ਜਪ ਕੇ ਜਦੋਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ, ਇਹ ਦਾਤਾ ਹੋ ਜਾਂਦਾ ਹੈ। ਲੋਕ ਭਿਖਾਰੀ ਬਣ ਕੇ ਉਹਦੇ ਕੋਲ ਆਉਂਦੇ ਮੰਗਣ, ਉਹ ਦਾਤਾ ਹੋ ਜਾਂਦਾ ਹੈ। ਪਹਿਲਾਂ ਉਹ ਕਿਸੇ ਕੋਲ ਮੰਗਣ ਜਾਂਦਾ ਹੁੰਦਾ ਸੀ, ਪਰ ਜਦੋਂ ਨਾਮ ਜਪਿਆ ਉਹਨੇ ਸਾਲਾਂ ਬੱਧੀ, ਇਹ ਰਿੱਧੀਆਂ ਸਿੱਧੀਆਂ ਨੂੰ ਪ੍ਰਾਪਤ ਹੋ ਗਈਆਂ, ਉਹ ਆਪ ਹੀ ਦਾਤਾ ਹੋ ਗਿਆ। ਹੁਣ ਲੋਕ ਉਸ ਕੋਲ ਮੰਗਣ ਆਉਂਦੇ ਹਨ। ਹੈ ਨਾ, ਅਵਸਥਾ ਹੀ ਬਦਲ ਗਈ ਹੈ। ਜਿਵੇਂ ਕੋਈ ਪਹਿਲਾਂ ਪੀਐਨ ਹੋਵੇ ਅਤੇ ਫਿਰ ਅਫਸਰ ਲੱਗ ਜਾਏ, ਉਹਨੂੰ ਪੁੱਛ ਕੇ ਦੇਖੋ ਕਿਆ ਆਨੰਦ ਹੈ। ਪਹਿਲਾਂ ਬੈਲ ਮਾਰਦਾ ਸੀ ਅਫਸਰ, ਵਿਚਾਰਾ ਭੱਜਿਆ ਜਾਂਦਾ ਸੀ। ਅੱਜ ਆਪ ਬੈਲ ਮਾਰ ਰਿਹਾ ਹੈ। ਇਹ ਨਾਮ ਨਾ ਬੰਦੇ ਨੂੰ ਮੰਗਤੇ ਤੋਂ ਦਾਤਾ ਬਣਾਉਂਦਾ ਹੈ। ਪਤਾ ਨਹੀਂ ਸੰਸਾਰ ਨੂੰ ਕਦੋਂ ਇਹ ਸਮਝ ਆਵੇਗੀ। ਲੋਕ ਧੱਕੇ ਧੋੜੇ ਜਿਹੇ ਖਾਈ ਜਾਂਦੇ ਨੇ, ਨਾਮ ਨਹੀਂ ਜਪਦੇ। ਆ ਮੇਰੀ ਗੱਲ ਦਾ 2-4 ਮਿੰਟ ਅਸਰ ਰਹਿਣਾ ਹੈ, ਹੇਠਾਂ ਉਤਰ ਕੇ ਸਭ ਖਤਮ ਹੋ ਜਾਣਾ ਹੈ। ਅਤੇ ਫਿਰ ਉਹੇ ਜੈਸੀ ਹੋ ਜਾਣਾ ਜੈਸੇ ਥੇ। ਜਿਵੇਂ ਸਕੂਲਾਂ 'ਚ PTI ਟੀਚਰ ਹੁੰਦੇ ਨੇ, ਉਹ ਕਹਿੰਦੇ ਸਾਵਧਾਨ, ਸਾਰੇ ਬੱਚੇ ਸਾਵਧਾਨ ਹੋ ਗਏ। ਉਹ ਕਹਿੰਦੇ ਜੈਸੇ ਥੇ, ਵੀ ਜੇ ਪਹਿਲਾਂ ਖੜ੍ਹੇ ਸੀ ਆਰਾਮ ਨਾਲ ਉਸ ਤਰ੍ਹਾਂ ਖੜ੍ਹ ਜਾਓ। ਇਸ ਵੇਲੇ ਅਸੀਂ ਸਾਵਧਾਨ ਹਾਂ, ਘੰਟੇ ਕੁ ਨੂੰ ਜੈਸੇ ਥੇ। ਆਹੀ ਪ੍ਰੋਬਲਮ ਹੈ। ਜੇ ਕਿਤੇ ਬੰਦਾ ਕੋਈ ਗੱਲ ਪੱਲੇ ਬੰਨ੍ਹ ਲੈ ਤੇ ਲੱਗ ਜੇ ਨਾ, ਗੱਲ ਬਣ ਸਕਦੀ ਉਸ 'ਤੇ। ਅੱਗੇ ਗੁਰੂ ਮਹਾਰਾਜ ਕਹਿੰਦੇ, ਫਲ ਗੁਣ ਆਨੰਦ ਉਪਾਰਜਨ, ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ, ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਖੱਖੇ ਨੂੰ ਕਰਨਾ ਬਿੰਦੇ, ਹੁਣ ਦੁੱਖਾਂ ਨਾਹੀ ਜਾਏ, ਇਛ ਪੁੰਨੀ ਵਡਭਾਗਣੀ, ਵਰ ਪਾਇਆ ਹਰ ਰਾਏ, ਮਿਲ ਸਹੀਆਂ, ਆੜੇ ਨੂੰ ਕਰਨਾ ਬਿੰਦੇ, ਮਿਲ ਸਹੀਆਂ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ, ਹਰ ਜੇਹਾ ਅਵਰ ਨ ਦਿਸਈ, ਕੋਈ ਦੂਜਾ ਲਵੈ ਨ ਲਾਏ, ਹਲਤ ਪਲਤ ਸਵਾਰਿਉਨ। ਹਲਤ ਪਲਤ ਦੇ ਉਚਾਰਨ ਦਾ ਖਿਆਲ ਰੱਖਣਾ। ਇਹਨੂੰ ਹਲਤ ਪਲਤ ਨਹੀਂ ਪੜ੍ਹਦੇ ਨਾ, ਇਹ ਹਿੰਦੀ ਦਾ ਸ਼ਬਦ ਹੈ ਅਤੇ ਹਿੰਦੀ ਦੇ ਵਿੱਚ ਅੱਧਾ ਲੱਲਾ ਹੈ। ਹਲਤ ਪਲਤ ਸਵਾਰਿਉਨ, ਨਿਹਚਲ ਦਿੱਤੀਆਂ ਨ ਜਾਏ, ਸੰਸਾਰ ਸਾਗਰ ਤੇ ਰਖਿਅਨ, ਬਹੁੜ ਨ ਜਨਮੈ ਧਾਏ, ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ, ਫਲ ਗੁਣ ਨਿਤ ਸਲਾਹੀ ਹੈ, ਤਿਸ ਨੂੰ ਤਿਲ ਨਾ ਤਮਾਏ। ਫਲ ਗੁਣ ਜਿਹਨੂੰ ਆਪਾਂ ਫੱਗਣ ਕਹਿੰਦੇ। ਫਲ ਗੁਣ ਆਨੰਦ ਉਪਾਰਜਣਾ, ਉਪਾਰਜਣ ਦਾ ਹੈ ਪੈਦਾ ਹੋਣਾ। ਹਰ ਸੱਜਣ ਪ੍ਰਗਟੇ ਆਏ, ਜਦੋਂ ਹਰੀ ਸੱਜਣ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਹੈ, ਕਹਿੰਦੇ ਆਨੰਦ ਹੀ ਪੈਦਾ ਹੋ ਜਾਂਦਾ, ਆਨੰਦ ਹੀ ਆਨੰਦ ਹੋ ਜਾਂਦਾ, ਸਭ ਦੁੱਖ ਮੁਸੇ ਸਭ ਖਤਮ ਹੋ ਜਾਂਦਾ। ਕਿਉਂਕਿ ਜਿੱਥੇ ਪਰਮਾਤਮਾ ਪ੍ਰਗਟ ਹੋ ਜਾਏਗਾ, ਉੱਥੇ ਪਰਮਾਤਮਾ ਦੀ ਵਿਰੋਧੀ ਚੀਜ਼ ਕੋਈ ਰਹਿ ਹੀ ਨਹੀਂ ਸਕਦੀ। ਹਨੇਰਾ ਹੈ, ਜਦੋਂ ਚਾਨਣ ਹੋ ਗਿਆ ਨਾ, ਹਨੇਰੇ ਨੇ ਭੱਜ ਪੁੱਜ ਜਾਣਾ। ਹਨੇਰਾ ਹੈ ਕਮਰੇ 'ਚ, ਤੁਸੀਂ ਸਵਿੱਚ ਔਨ ਕੀਤਾ, ਲਾਈਟ ਔਨ ਕਰਤੀ, ਹਨੇਰਾ ਖਤਮ। ਤੁਹਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਵੀ ਉਹ ਭੱਜਿਆ ਜਾਂਦਾ ਨਾ। ਜਿਉਂ ਹੀ ਚਾਨਣ ਹੋਇਆ, ਜਿਵੇਂ ਕਿ ਜੇ ਰਸੋਈ 'ਚ ਕਾਕਰੋਚ ਹੋਣ, ਰਾਤ ਨੂੰ ਆ ਜਾਂਦੇ ਨੇ, ਲਾਈਟ ਤੁਸੀਂ ਔਨ ਕਰੋ, ਭੱਜ ਲੈਂਦੇ ਨੇ ਉੱਥੋਂ। ਉਹ ਲੁਕਣ ਦੀ ਕੋਸ਼ਿਸ਼ ਕਰ, ਵੀ ਚਾਨਣ ਹੋ ਗਿਆ, ਡਰ ਜਾਂਦੇ ਨੇ, ਭੱਜ ਲੈਂਦੇ ਲੁਕਣ ਲਈ।
ਇਸੇ ਤਰ੍ਹਾਂ ਜਦੋਂ ਚਾਨਣ ਹੁੰਦਾ ਹਨੇਰਾ ਖਤਮ ਹੋ ਜਾਂਦਾ ਹੈ। ਜਦੋਂ ਪਰਮਾਤਮਾ ਅੰਦਰ ਪ੍ਰਗਟ ਹੁੰਦਾ ਸਭ ਪ੍ਰਕਾਰ ਦੇ ਦੁੱਖ ਖਤਮ ਹੋ ਜਾਂਦੇ ਨੇ ਅਤੇ ਸਦੀਵੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅਪਾਰ ਜਨਾਂ ਦਾ ਪੈਦਾ ਹੋਣਾ ਜਾਂ ਪ੍ਰਾਪਤ ਹੋਣਾ ਹਰੀ ਸੱਜਣ ਜਦੋਂ ਕਿ ਅੰਦਰ ਪ੍ਰਗਟ ਹੋ ਜਾਂਦਾ ਨਾ ਉਹ ਆਨੰਦ ਅਪਾਰ ਜਨਾ ਆਨੰਦ ਪੈਦਾ ਹੋ ਜਾਂਦਾ ਹੈ। ਆਨੰਦ ਹੀ ਆਨੰਦ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਜਿਹੜੇ ਸੰਤ ਹੁੰਦੇ ਨੇ ਇਹ ਰਾਮ ਨਾਲ ਮਿਲਾਉਣ ਵਿੱਚ ਸਹਾਇਤਾ ਕਰਦੇ ਨੇ। ਸੰਤ ਜਿਹੜੇ ਨੇ ਉਹ ਦੂਜੇ ਨੂੰ ਪਰਮਾਤਮਾ ਨਾਲ ਮਿਲਾਉਣ 'ਚ ਸਹਾਇਤਾ ਕਰਦੇ ਨੇ। ਕਰ ਕਿਰਪਾ ਦੀਆ ਮਿਲਾਏ। ਹੁਣ ਉਹਨਾਂ ਨੇ ਕਹਿੰਦਾ ਕਿਰਪਾ ਕਰਕੇ ਮੈਨੂੰ ਕਹਿੰਦਾ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਹੈ। ਕਿਉਂਕਿ ਜਿਹੜਾ ਮਿਲਿਆ ਸੰਤ ਕਿਹਨੂੰ ਕਹਿੰਦੇ ਨੇ? ਜਿਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਚੁੱਕੀ ਹੈ। ਜਿਹਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਨਾ ਹੋਈ, ਦੇਖੋ ਲੋਕਾਂ ਨੂੰ ਨਹੀਂ ਪਤਾ ਹੁੰਦਾ ਇਹ ਸੰਤ ਹੈ ਕਿ ਨਹੀਂ ਹੈ। ਲੋਕਾਂ ਨੂੰ ਕੀ ਪਤਾ? ਇਹ ਤਾਂ ਸੰਤ ਨੇ ਦੇਖਿਆ ਕਿ ਮੈਂ ਅਜੇ ਸੰਤ ਨਹੀਂ ਬਣਿਆ, ਮੈਨੂੰ ਅਜੇ ਪਰਮਾਤਮਾ ਨਹੀਂ ਮਿਲਿਆ, ਅਤੇ ਮੈਂ ਐਵੇਂ ਨਾ ਕਿਸੇ ਤੋਂ ਸੰਤ ਕਹਿਲਾ ਕੇ ਆਪਣੇ ਸਿਰ 'ਤੇ ਭਰ ਚੱਕੀ ਫਿਰਾਂ। ਸੰਤ ਹੈ ਨਹੀਂ। ਲੋਕਾਂ ਨੇ ਕਿਹਾ ਸੰਤ ਜੀ ਉਹ ਖੁਸ਼ ਹੈ, ਨਹੀਂ ਇਹ ਉਹਦੇ 'ਤੇ ਭਾਰ ਚੜ੍ਹ ਰਿਹਾ ਹੈ। ਹੁਣ ਕਹਿੰਦੇ ਦੇਖੋ ਭਰਾਵੋ ਮੈਂ ਅਜੇ ਕੋਈ ਸੰਤ ਨਹੀਂ, ਮੈਂ ਅਜੇ ਕੋਈ ਸੰਤ ਨਹੀਂ ਹੈਗਾ। ਤੁਸੀਂ ਸਤਿਕਾਰ ਬਾਬਾ ਜੀ ਕਹਿਣਾ ਤਾਂ ਕਹਿ ਲਓ, ਕਿਉਂਕਿ ਧਾਰਮਿਕ ਬੰਦਿਆਂ ਨੂੰ ਸਤਿਕਾਰ ਵਜੋਂ ਲੋਕ ਬਾਬਾ ਜੀ ਕਹਿੰਦੇ, ਗੁਰਦੇ ਦੇ ਗ੍ਰੰਥੀ ਸਿੰਘ ਦਾ ਉਹਨੂੰ ਵੀ ਲੋਕ ਬਾਬਾ ਜੀ ਕਹਿੰਦੇ ਸਤਿਕਾਰ ਵਜੋਂ। ਸੋ ਸੰਤ ਹੁਣ ਆਮ ਜਿਹੜੇ ਸੰਤ ਨੇ ਨਾ ਉਹ ਲਿਖਣੋਂ ਹਟ ਗਏ ਨੇ। ਨਹੀਂ ਤਾਂ ਪਹਿਲਾਂ ਕਾਰਡ ਛਪਾ ਲੈਂਦੇ ਸੰਤ ਫਲਾਣਾ ਸਿੰਘ, ਸੰਤ ਫਲਾਣਾ ਸਿੰਘ। ਹੁਣ ਤਕਰੀਬਨ ਹਟ ਗਏ ਨੇ। ਹੁਣ ਬਾਬਾ ਆਪਣੇ ਨਾਲ ਲਾਉਣ ਲੱਗ ਪਏ ਨੇ। ਹਟ ਕਿਉਂ? ਹੌਲੀ ਹੌਲੀ ਗਿਆਨ ਹੋ ਜਾਂਦਾ ਕਿਸੇ ਸੰਤ ਹੈ ਨਹੀਂ। ਜਿਵੇਂ ਕਈ ਡੇਰਿਆਂ ਵਾਲੇ ਪਹਿਲਾਂ ਮੇਰੇ ਕੋਲ ਆਇਆ ਕਰਦੇ ਸਨ, ਕਹਿੰਦੇ ਬਾਬਾ ਜੀ ਹੁਣ ਅਸੀਂ ਡੇਰੇਦਾਰ 'ਤੇ ਹੋ ਗਏ ਹਾਂ। ਡੇਰੇ ਦਾ ਮੁਖੀਆ ਅਤੇ ਵੱਡੇ ਮਹਾਂਪੁਰਖਾਂ ਤੋਂ ਬਾਅਦ ਜਾਂ ਵੱਡੇ ਮਹਾਂਪੁਰਖਾਂ ਦੇ ਕਈ ਡੇਰੇ ਹੁੰਦੇ ਨੇ। ਇੱਕ ਮੇਨ ਡੇਰਾ ਹੁੰਦਾ, ਕਈ ਹੋਰ ਡੇਰੇ ਹੁੰਦੇ ਨੇ। ਵੀ ਅਸੀਂ ਉਹਨਾਂ ਦੇ ਮੁਖੀਏ ਹਾਂ, ਠੀਕ ਹੈ। ਲੋਕ ਸਾਡਾ ਸੰਤਾਂ ਮਹਾਤਮਾ ਵਾਂਗੂ ਸਤਿਕਾਰ ਕਰਦੇ ਨੇ, ਪਰ ਸਾਡੇ ਕੋਲ ਹੈ ਤਾਂ ਕੁਛ ਹੈ ਨਹੀਂ। ਠੀਕ ਹੈ, ਸਾਨੂੰ ਢੋਲਕੇ ਛਣੇ ਵਜਾਉਣੇ ਹੁੰਦੇ, ਕਥਾ ਵਾਰਤਾ ਕਰਨੀ ਆਉਂਦੀ ਹੈ, ਪਰ ਅਸੀਂ ਸੰਤ ਨਹੀਂ ਹੈਗੇ। ਲੋਕ ਸਾਡੇ ਚਰਨੀ ਹੱਥ ਲਾਉਂਦੇ ਨੇ। ਸਾਨੂੰ ਬੜਾ ਮਨ 'ਚ ਹੁੰਦਾ ਵੀ ਯਾਰ ਤੇਰੇ ਕੋਲ ਹੈ ਤਾਂ ਕੁਛ ਹੈ ਨਹੀਂ, ਅਤੇ ਲੋਕ ਤੇਰੇ ਪੈਰੀਂ ਹੱਥ ਲਾਉਂਦੇ ਨੇ। ਕਹਿੰਦੇ ਕੀ ਕੀਤਾ ਜਾਵੇ? ਮੈਂ ਭਾਈ ਆਪਣੀ ਭਜਨ ਬੰਦਗੀ ਵਧਾ ਦਿਓ। ਨੰਬਰ 2 ਆਪਣੇ ਅੰਦਰ ਵੇਖੋ ਕਿ ਕੋਈ ਕੀੜਾ ਤਾਂ ਨਹੀਂ ਲੱਗਾ ਹੋਇਆ, ਕਿਉਂਕਿ ਜੇ ਕੀੜਾ ਫਸਲ ਨੂੰ ਲੱਗ ਜਾਏ ਫਸਲ ਖਰਾਬ ਹੋ ਜਾਂਦੀ ਹੈ। ਆਪਣੇ ਅੰਦਰ ਝਾਤੀ ਮਾਰਨੀ ਅਸੀਂ ਵੀ ਸਾਡੇ ਅੰਦਰ ਕਿਹੜੀ ਬੁਰਾਈ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਹੈ। ਜੇ ਤੇ ਅੰਦਰ ਦਾ ਜੀਵਨ ਗੁਰਬਾਣੀ ਅਨੁਸਾਰ ਚੱਲ ਰਿਹਾ ਹੈ ਅਤੇ ਨਾਮ ਜਪੀ ਜੋ, ਇੱਕ ਦਿਨ ਦਾਤੇ ਦੀ ਕਿਰਪਾ ਹੋ ਜਾਏਗੀ। ਹੋਰ ਤਾਂ ਕੋਈ ਢੰਗ ਤਰੀਕਾ ਨਹੀਂ ਹੈਗਾ। ਲੋਕ ਸਤਿਕਾਰ ਕਰਦੇ ਨੇ, ਉਹਨੂੰ ਆਪਣਾ ਸਤਿਕਾਰ ਨਾ ਸਮਝੋ। ਤੁਸੀਂ ਮੇਰਾ ਸਤਿਕਾਰ ਕਰਦੇ ਹੋ, ਮੈਂ ਇਸ ਨੂੰ ਆਪਣਾ ਸਤਿਕਾਰ ਨਹੀਂ ਸਮਝਦਾ, ਕਿਉਂਕਿ ਮੈਨੂੰ ਪਤਾ ਹੈ ਕਿ ਇਹ ਤਾਂ ਨਾਮ ਬਾਣੀ ਦਾ ਸਤਿਕਾਰ ਹੈ। ਮੈਂ ਬਾਣੀ ਸਿਖਾਉਣਾ, ਕਥਾ ਵਾਰਤਾ ਕਰਦਾ ਹਾਂ, ਉਹਦੇ ਇਸ ਕਰਕੇ ਸਤਿਕਾਰ ਹੈ। ਇਹ ਤਾਂ ਨਾਮ ਬਾਣੀ ਦਾ ਸਤਿਕਾਰ ਹੈ। ਸਰੀਰਾਂ ਦਾ ਕੌਣ ਸਤਿਕਾਰ ਕਰਦਾ ਹੈ? ਜੇ ਸੰਤਾਂ ਮਹਾਤਮਾ ਲੋਕ ਮੱਥੇ ਟੇਕਦੇ ਨੇ ਸਰੀਰਾਂ ਕਰਕੇ ਨਹੀਂ, ਸਰੀਰਾਂ ਕਰਕੇ ਉਹਨਾਂ ਮੱਥੇ ਨਹੀਂ ਟੇਕ, ਉਹਨਾਂ ਦੇ ਅੰਦਰ ਜਿਹੜਾ ਨਾਮ ਬਾਣੀ ਹੈ ਨਾ ਉਸ ਕਰਕੇ ਮੱਥੇ ਟੇਕਦੇ ਨੇ, ਉਹਦੇ ਕਰਕੇ ਮੱਥੇ ਟੇਕਦੇ। ਜੇ ਸਰੀਰਾਂ ਕਰਕੇ ਮੱਥੇ ਟੇਕਣੇ ਹੁੰਦੇ ਤਾਂ ਬਦੌਛੀ ਕਲਾ ਵਾਲੇ ਜਿਹੜੇ ਨਗਨ ਸਾਧੂ ਰਹਿੰਦੇ ਸਨ, ਰਾਜੇ ਮਹਾਰਾਜੇ ਆ ਕੇ ਮੱਥਾ ਟੇਕਿਆ ਕਰਦੇ ਸਨ, ਹਾਲਾਂਕਿ ਅਲਫ ਨੰਗੇ ਰਹਿੰਦੇ ਸੀ। ਉਹਨਾਂ ਦੇ ਅੰਦਰ ਜੋ ਚੀਜ਼ ਸੀ ਉਹਦਾ ਸਤਿਕਾਰ ਸੀ, ਸਰੀਰਾਂ ਦਾ ਸਤਿਕਾਰ ਨਹੀਂ ਹੋਇਆ ਕਰਦਾ। ਕਈ ਕਹਿੰਦੇ ਓਏ
ਮੱਥੇ ਟੇਕਣਾ ਚਾਹੀਦਾ, ਪੈਰੀ ਨਹੀਂ ਹੱਥ ਲਾਉਣਾ ਚਾਹੀਦਾ। ਚਲੋ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਨੇ, ਪਰ ਮੈਂ ਸੰਤਾਂ ਦੀ ਸੰਗਤ ਕੀਤੀ ਹੋਈ ਹੈ ਬਹੁਤ ਸਾਲ। ਅਸੀਂ ਉਹਨਾਂ ਦਾ ਸਤਿਕਾਰ, ਉਹਨਾਂ ਦੇ ਅੰਦਰ ਜੋ ਨਾਮ ਬਾਣੀ ਵਸਦੀ ਹੈ ਨਾ, ਉਹਦਾ ਕਰਦੇ ਹਾਂ, ਸਰੀਰਾਂ ਦਾ ਨਹੀਂ ਕਰਦੇ। ਫਿਰ ਤਾਂ ਅਗਲਾ ਸੋਹਣਿਆਂ ਨੂੰ ਮੱਥਾ ਟੇਕੇ, ਕਾਲੇ ਕਲੂਟੇ ਦੇ ਮੱਥੇ ਨੂੰ ਕੋਈ ਟੇਕੇ। ਅਤੇ ਸਾਰੇ ਸੰਤ ਸੋਹਣੇ ਤਾਂ ਨਹੀਂ ਹੁੰਦੇ। ਸਾਰੇ ਸੰਤ ਹੋ ਸਕਦਾ ਜਿਹੜਾ ਮੱਥਾ ਟੇਕ ਰਿਹਾ ਉਹ ਸੰਤ ਨਾਲੋਂ ਜ਼ਿਆਦਾ ਗੋਰਾ ਹੋਵੇ, ਇਹ ਨਹੀਂ ਹੁੰਦਾ। ਉਹਦੇ ਅੰਦਰ ਜੋ ਨਾਮ ਬਾਣੀ ਹੈ ਨਾ, ਉਸ ਕਰਕੇ ਉਹਦਾ ਸਤਿਕਾਰ ਹੁੰਦਾ। ਸੋ ਗੁਰੂ ਮਹਾਰਾਜ ਕਹਿੰਦੇ ਸੰਤ ਸਹਾਈ ਰਾਮ ਕੇ। ਸੰਤ ਜਿਹੜੇ ਨੇ ਇਹ ਰਾਮ ਨਾਲ ਪਰਮਾਤਮਾ ਨਾਲ ਮਿਲਾਉਣ ਵਿੱਚ ਸਹਾਇਤਾ ਕਰਦੇ ਹਨ। ਕਰ ਕਿਰਪਾ ਦੀਆ ਮਿਲਾਏ, ਉਹਨਾਂ ਨੇ ਕਿਰਪਾ ਕਰਕੇ ਮਿਲਾ ਦਿੱਤਾ ਹੈ। ਹੁਣ ਜਦ ਮੇਲ ਹੋ ਗਿਆ ਪਰਮਾਤਮਾ ਨਾਲ, ਸੇਜ ਸੁਹਾਵੀ ਸਰਬ ਸੁਖ, ਹੁਣ ਦੁੱਖਾਂ ਨਾ ਹੀ ਜਾਏ। ਸੇਜ ਮੈਨੂੰ ਤਾਂ ਮਜ਼ਾ ਆਉਂਦਾ, ਇੱਥੇ ਭਾਵ ਹਿਰਦਾ ਮਨ। ਹੁਣ ਜਿਹੜਾ ਮਨ ਹੈ, ਹਿਰਦਾ ਰੂਪੀ ਸੇਜ ਸੁਹਾਵਣੀ ਹੋ ਗਈ ਹੈ। ਸਰਬ ਸੁਖ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ। ਹੁਣ ਦੁੱਖਾਂ ਨਾ ਹੀ ਜਾਏ। ਜਾਏ ਹੁੰਦਾ ਥਾਂ, ਹੁਣ ਦੁੱਖਾਂ ਲਈ ਤਾਂ ਕੋਈ ਥਾਂ ਹੀ ਨਹੀਂ ਰਹੀ। ਹੁਣ ਦੁੱਖਾਂ ਲਈ ਤਾਂ ਕੋਈ ਥਾਂ ਹੀ ਨਹੀਂ ਰਹੀ। ਸਭ ਥਾਵਾਂ 'ਤੇ ਸੁੱਖ ਹੀ ਸੁੱਖ ਹੋ ਗਿਆ ਹੈ। ਮਨ ਰੂਪੀ ਸੇਜਾ ਸੁਹਾਵਣੀ ਹੋ ਗਈ ਹੈ। ਇੱਛ ਪੁੰਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਵੱਡੇ ਭਾਗਾਂ ਵਾਲੀ ਜੀਵ ਇਸਤਰੀ ਦੀ ਇੱਛਾ ਪੂਰੀ ਹੋ ਗਈ। ਜਦੋਂ ਇੱਛਾ ਸੀ ਪਰਮਾਤਮਾ ਦੀ ਪ੍ਰਾਪਤੀ, ਧਾਰਮਿਕ ਬੰਦੇ ਦੀ ਇੱਕੋ ਹੀ ਇੱਛਾ ਹੁੰਦੀ ਹੈ, ਪਰਮਾਤਮਾ ਦੀ ਪ੍ਰਾਪਤੀ। ਆਪਾਂ ਜਿਹੜੇ ਸੰਸਾਰੀ ਹਾਂ, ਸਾਡੀ ਤਾਂ ਉਹ ਇੱਛਾ ਹੀ ਕੋਈ ਨਹੀਂ। ਸਾਡੀ ਤਾਂ ਸੰਸਾਰਿਕ ਇੱਛਾਵਾਂ ਨੇ। ਜੇ ਤਾਂ ਉਹ ਇੱਛਾ ਸਾਡੀ ਹੋਵੇ, ਫਿਰ ਤਾਂ ਅਸੀਂ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣੀਏ ਵੀ ਕਿਵੇਂ ਕੀ ਕਹਿੰਦੇ। ਅਸੀਂ ਗੁਰੂ ਦੀ ਗੱਲ ਨੂੰ ਸੁਣਦੇ ਹੀ ਨਹੀਂ। ਅਸੀਂ ਤਾਂ ਆਪਣੀ ਸੁਣਾਉਣ ਜਾਂਦੇ ਹਾਂ ਗੁਰੂ ਨੂੰ। ਅਸੀਂ ਗੁਰੂ ਦੀ ਗੱਲ ਨਾ ਮੰਨਦੇ ਨਹੀਂ। ਅਸੀਂ ਕਹਿੰਦੇ ਗੁਰੂ ਸਾਡੀ ਗੱਲ ਮੰਨੇ। ਦੇਖੋ ਮਾਡਰਨ ਸਿੱਖ ਦਾ ਕੀ ਹਾਲ ਹੋ ਗਿਆ। ਪੁਰਾਤਨ ਸਿੱਖ ਗੁਰੂ ਕੋਲ ਜਾਂਦੇ ਸਨ, ਗੁਰੂ ਦੀ ਗੱਲ ਸੁਣਨ, ਗੁਰੂ ਦੀ ਗੱਲ ਮੰਨਣ। ਅੱਜ ਦਾ ਸਿੱਖ ਗੁਰਦੁਆਰੇ ਆਪਣੀ ਗੱਲ ਸੁਣਾਉਣ ਅਤੇ ਆਪਣੀ ਗੱਲ ਮਨਵਾਉਣ ਜਾਂਦਾ ਹੈ। ਜਾਈ ਜਾਂਦਾ ਹੈ ਇਸ ਉਮੀਦ ਨਾਲ ਕਿ ਗੁਰੂ ਮਹਾਰਾਜ ਮੇਰੀ ਗੱਲ ਮੰਨਣਗੇ। ਅਤੇ ਜੇ ਕਿਤੇ ਗੁਰੂ ਮਹਾਰਾਜ ਅੱਗੋਂ ਬੋਲ ਕੇ ਕਹਿ ਦੇਣ ਤੇਰੀ ਇੱਛਾ ਪੂਰੀ ਨਹੀਂ ਹੋਵੇਗੀ, ਅਤੇ ਉੱਥੇ ਸਿੱਖ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੁਸੀਂ ਆਪਣੇ ਗੁਰਦੁਆਰੇ ਠੀਕ ਅਤੇ ਮੈਂ ਆਪਣੇ ਘਰ ਠੀਕ ਹਾਂ। ਉਲਟੇ ਹੀ ਹੋ ਗਿਆ ਸਰ, ਗੜਬੜੀ ਸਾਰੀ ਹੋ ਗਈ। ਜੇ ਕਿ ਤੁਸੀਂ ਗੁਰੂ ਦੀ ਗੱਲ ਮੰਨਣ ਲੱਗ ਗਏ, ਮੰਗਣ ਦੀ ਲੋੜ ਹੀ ਨਹੀਂ ਕੋਈ ਰਹਿੰਦੀ। ਫਿਰ ਨਹੀਂ ਮੰਗਣ ਦੀ ਲੋੜ ਰਹਿੰਦੀ। ਸਾਨੂੰ ਬਚਪਨ ਤੋਂ ਮੰਗਤੇ ਬਣਾ ਦਿੱਤਾ ਗਿਆ ਹੈ। ਜਾਓ ਜਾ ਕੇ ਮੰਗੋ, ਲੋਕਾਂ ਤੋਂ ਨਾ ਮੰਗੋ ਅਤੇ ਗੁਰੂ ਤੋਂ ਜਾ ਕੇ ਮੰਗ ਲਓ। ਗੁਰੂ ਦੀ ਗੱਲ ਨੂੰ ਮੰਨਣ ਲਈ ਕੋਈ ਤਿਆਰ ਨਹੀਂ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਇੱਛਾ ਪੂਰੀ ਹੋ ਗਈ ਹੈ। ਇਹ ਜੀਵ ਇਸਤਰੀ ਵੱਡੇ ਭਾਗਾਂ ਵਾਲੀ ਹੋ ਗਈ ਹੈ। ਵਰ ਪਾਇਆ ਹਰ ਰਾਏ, ਇਹਨੂੰ ਹਰੀ ਪਰਮਾਤਮਾ ਵਰ ਪਤੀ ਦੇ ਤੌਰ 'ਤੇ ਪ੍ਰਾਪਤ ਹੋ ਗਿਆ। ਮਿਲ ਸਹੀਆਂ ਮੰਗਲ ਗਾਵੇ, ਫਿਰ ਉਹ ਸਹੇਲੀਆਂ ਨਾਲ ਰਲ ਕੇ, ਭਾਵ ਸਤ ਸੰਗੀਆਂ ਨਾਲ ਰਲ ਕੇ ਮੰਗਲ ਹੁੰਦਾ ਖੁਸ਼ੀ ਦੇ ਗੀਤ, ਪਰ ਰੱਬ ਦੀ ਵਡਿਆਈ ਦੇ ਹੁਣ ਗੀਤ ਗਾਉਂਦੀ ਹੈ। ਗੀਤ ਗੋਬਿੰਦ ਅਲਾਏ, ਅਲਾਏ ਹੁੰਦਾ ਗਾਉਣਾ। ਉਹ ਪਰਮਾਤਮਾ ਦੇ ਗੀਤ ਗਾਉਂਦੀ ਹੈ, ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੀ ਹੈ, ਆਪਣੇ ਸਤਸੰਗੀ ਸਹੇਲੀਆਂ ਨਾਲ ਰਲ ਕੇ। ਹਰ ਜਿਹਾ ਅਵਰ ਨ ਦਿਸੇ, ਕੋਈ ਦੂਜਾ ਲਵੈ ਨ ਲਾਏ। ਹੁਣ ਉਹਨੂੰ ਹਰੀ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ। ਲਵੈ ਹੁੰਦਾ ਬਰਾਬਰ ਦਾ, ਕੋਈ ਦੂਜਾ ਹੋਰ ਪਰਮਾਤਮਾ ਦੇ ਬਰਾਬਰ ਦਾ ਉਹਨੂੰ ਦਿਸਦਾ ਹੀ ਨਹੀਂ ਕੋਈ। ਉਹਨੂੰ ਪਰਮਾਤਮਾ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ।
ਹਲਤ ਪਲਤ ਸਵਾਰਿਉਨ ਨਿਹਚਲ ਦਿੱਤੀਆਂ ਨ ਜਾਏ। ਪਰਮਾਤਮਾ ਉਹਦਾ ਲੋਕ ਪਰਲੋਕ ਸਵਾਰ ਦਿੰਦਾ। ਹਲਤ ਲੋਕ, ਪਲਤ ਪਰਲੋਕ। ਹਲਤ ਲੋਕ ਜਿਸ ਸੰਸਾਰ 'ਚ ਅਸੀਂ ਰਹਿ ਰਹੇ ਹਾਂ, ਪਲਤ ਪਰਲੋਕ ਜਿੱਥੇ ਅਸੀਂ ਮਰ ਕੇ ਜਾਣਾ ਹੈ। ਕਹਿੰਦਾ ਪਰਮਾਤਮਾ ਲੋਕ ਪਰਲੋਕ ਸਵਾਰ ਦਿੰਦਾ ਹੈ। ਨਿਹਚਲ ਦਿੱਤੀਆਂ ਨ ਜਾਏ। ਜਾਏ ਥਾਂ ਨੂੰ ਕਹਿੰਦੇ ਨੇ, ਸਦਾ ਰਹਿਣ ਵਾਲੀ ਥਾਂ ਦੇ ਦਿੰਦਾ ਹੈ। ਜਾ ਸੱਚਖੰਡ 'ਚ ਰਹਿ ਤੂੰ ਸਦਾ ਲਈ। ਉਹਦਾ ਜੰਮਣ ਮਰਨਾ ਖਤਮ ਹੋ ਜਾਂਦਾ ਹੈ। ਉਹਨੂੰ ਸਦਾ ਰਹਿਣ ਵਾਲੀ ਥਾਂ ਮਿਲ ਜਾਂਦੀ ਹੈ, ਸਦੀਵੀ ਥਾਂ ਮਿਲ ਜਾਂਦੀ ਹੈ। ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨਾ ਜਨਮੈ ਧਾਏ। ਫਿਰ ਉਹਨੂੰ ਸੰਸਾਰ ਸਾਗਰ ਤੋਂ ਬਚਾ ਕੇ ਰੱਖਦਾ ਪਰਮਾਤਮਾ, ਇਸ ਭਵ ਸਾਗਰ ਤੋਂ ਬਚਾ ਕੇ ਰੱਖਦਾ ਹੈ। ਬਹੁੜ ਨਾ ਜਨਮੈ ਧਾਏ, ਅਤੇ ਉਹਨੂੰ ਦੁਬਾਰਾ ਜਨਮ 'ਚ ਨਹੀਂ ਆਉਣਾ ਪੈਂਦਾ। ਹੁਣ ਜਨਮਾਂ 'ਚ ਨਹੀਂ ਭਟਕਣਾ ਪੈਂਦਾ ਦੁਬਾਰਾ, ਉਹਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ। ਜਿਹਵਾ ਏਕ ਅਨੇਕ ਗੁਣ, ਹੇ ਪਰਮਾਤਮਾ ਜੀਵ ਤੇ ਸਾਡੀ ਇੱਕ ਤੇ ਤੇਰੇ ਗੁਣ ਅਨੇਕਾਂ ਨੇ। ਤਾਂ ਹੀ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ, ਇੱਕ ਦੂ ਜੀਬੋ, ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇਂ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਕਹੇ ਜੇ ਮੇਰੀ ਇੱਕ ਜੀਵ ਤੋਂ ਲੱਖ ਜੀਵ ਹੋ ਜਾਏ, ਲੱਖ ਤੋਂ 20 ਲੱਖ ਹੋ ਜਾਏ, 20 ਲੱਖ ਜੀਵਾਂ ਨਾਲ ਮੈਂ ਲੱਖ ਲੱਖ ਵਾਰੀ ਤੇਰਾ ਨਾਮ ਜਪਾਂਗਾ। ਕਿਉਂ? ਗੁਣ ਹੀ ਇੰਨੇ ਨੇ, ਇੱਕ ਜੀਵ ਦੇ ਨਾਲ ਸਾਰੇ ਗੁਣ ਉਹਦੇ ਵਰਣਨ ਨਹੀਂ ਕੀਤੇ ਜਾ ਸਕਦੇ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਹੇ ਪਰਮਾਤਮਾ ਜਿਹੜੇ ਤੇਰੇ ਚਰਨਾਂ ਨਾਲ ਲੱਗ ਜਾਂਦੇ ਨੇ, ਉਹ ਤਰ ਜਾਂਦੇ ਨੇ। ਉਹ ਤਰ ਜਾਂਦੇ ਜਿਹੜੇ ਤੇਰੇ ਚਰਨਾਂ ਨਾਲ ਜੁੜਦੇ ਨੇ, ਭਾਵ ਜਿਹੜੇ ਤੇਰੇ ਨਾਮ ਨਾਲ ਜੁੜ ਜਾਂਦੇ ਨਾ, ਉਹ ਤਰ ਜਾਂਦੇ ਨੇ। ਔਰ ਪਰਮਾਤਮਾ ਦੇ ਕੋਈ ਸਾਡੇ ਵਰਗੇ ਪੈਰ ਨਹੀਂ ਹੈਗੇ ਉਹਦੇ ਚਰਨਾਂ ਨਾਲ ਕੋਈ ਜੁੜਨਾ ਹੈ। ਉਹਦੇ ਨਾਮ ਨਾਲ ਜੁੜਨਾ ਹੀ ਉਹਦੇ ਚਰਨਾਂ ਨਾਲ ਜੁੜਨਾ ਹੈ। ਫਲ ਗੁਣ ਨਿਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਜਿਸ ਪਰਮਾਤਮਾ ਨੂੰ ਤਿਲ ਮਾਤਰ ਵੀ ਤਮਾ ਲਾਲਚ, ਉਹਨੂੰ ਕੋਈ ਲਾਲਚ ਨਹੀਂ ਕਿ ਲੋਕ ਮੇਰੀ ਵਡਿਆਈ ਕਰਨ। ਜੇ ਅਸੀਂ ਵਡਿਆਈ ਉਹਦੀ ਕਰਦੇ ਹਾਂ ਤਾਂ ਆਪ ਹੀ ਵੱਡੇ ਹੋ ਰਹੇ ਹਾਂ। ਪਰਮਾਤਮਾ ਨਾ ਵਾਧ ਹੈ ਨਾ ਘਾਟ ਹੈ, ਨਾ ਘਾਟ ਵਾਧ ਹੋ। ਤੇ ਦਸਮ ਪਾਤਸ਼ਾਹ ਕਹਿੰਦੇ ਉਹਨੇ ਸਾਡੀ ਵਡਿਆਈ ਸੁਣ ਕੇ ਵੱਧ ਨਹੀਂ ਜਾਣਾ, ਅਤੇ ਸਾਡੀ ਨਿੰਦਿਆ ਸੁਣ ਕੇ ਉਹਨੇ ਘੱਟ ਨਹੀਂ ਜਾਣਾ। ਨਾ ਵਾਧ ਹੈ ਨਾ ਘਾਟ ਹੈ, ਨਾ ਘਾਟ ਵਾਧ ਹੋਤ ਹੈ। ਉਹ ਤਾਂ ਜਿਹੋ ਜਿਹਾ ਹੈ ਉਹੀ ਜਿਹੇ ਉਹਨੇ ਰਹਿਣਾ। ਉਹਨੂੰ ਤਿਲ ਮਾਤਰ ਵੀ ਲਾਲਚ ਨਹੀਂ ਕਿ ਲੋਕ ਮੇਰਾ ਨਾਮ ਜਪ ਮੇਰੀ ਸਿਫਤ ਸਲਾਹ ਕਰਨ। ਕਹਿੰਦੇ ਉਹਦੀ ਸਿਫਤ ਸਲਾਹ ਕਰੀ ਜਿਹਨੂੰ ਲਾਲਚ ਹੀ ਕੋਈ ਨਹੀਂ, ਜਿਹਨੂੰ ਰਤੀ ਭਰ ਵੀ ਲਾਲਚ ਨਹੀਂ ਹੈ। ਕਹਿੰਦੇ ਉਸ ਦੀ ਹਮੇਸ਼ਾ ਨਿੱਤ ਹੁੰਦਾ, ਹਮੇਸ਼ਾ। ਫੱਗਣ ਦੇ ਮਹੀਨੇ ਰਹੇ ਗੁਰੂ ਮਹਾਰਾਜ ਸਾਹਿਬ ਨੂੰ ਉਪਦੇਸ਼ ਦਿੰਦੇ ਨੇ ਕਿ ਉਹ ਪਰਮਾਤਮਾ ਜਿਸ ਨੂੰ ਤਿਲ ਮਾਤਰ ਵੀ ਤਮਾ ਨਹੀਂ ਹੈ, ਲਾਲਚ ਨਹੀਂ ਹੈ। ਤਮਾ ਫਾਰਸੀ ਦਾ ਸ਼ਬਦ ਹੈ, ਲਾਲਚ। ਉਹਨੂੰ ਰਤੀ ਪਰ ਵੀ ਲਾਲਚ ਨਹੀਂ ਹੈ। ਇਹੋ ਜਿਹੇ ਪਰਮਾਤਮਾ ਨੂੰ ਹਮੇਸ਼ਾ ਸਲਾਉਣਾ ਚਾਹੀਦਾ ਹੈ। ਇੱਥੋਂ ਤੱਕ 12 ਮਹੀਨੇ ਦਾ ਵਰਣਨ ਸੀ। ਇਹਨਾਂ ਸਾਰਿਆਂ ਦੇ ਵਿੱਚ ਨਾਮ ਜਪਣ ਦੀ ਪ੍ਰੇਰਨਾ ਹੈ। ਚੇਤ ਤੋਂ ਲੈ ਕੇ ਫੱਗਣ ਤੱਕ ਜਾ ਕੇ ਪ੍ਰਾਪਤੀ ਹੋ ਗਈ ਹੈ। ਚੇਤ ਗੋਬਿੰਦ ਅਰਾਧੀਏ, ਉੱਥੇ ਤੋਂ ਸ਼ੁਰੂ ਕੀਤਾ, ਆਰਾਧਨਾ ਸ਼ੁਰੂ ਕੀਤੀ। ਆਰਾਧਨਾ ਕਰਦੇ 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 ਅਖੀਰ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਇੱਥੇ ਜਾ ਕੇ ਸਮਾਪਤੀ ਹੋ ਗਈ। 12 ਮਹੀਨਿਆਂ ਦਾ ਤਾਂ ਨਾਮ ਦੱਸਿਆ ਹੈ ਵੀ ਜਦੋਂ ਬੰਦਾ ਆਰਾਧਨਾ ਸ਼ੁਰੂ ਕਰ ਦਿੰਦਾ, ਲੱਗਾ ਰਹਿੰਦਾ ਲੱਗਾ ਰਹਿੰਦਾ ਲੱਗਾ ਰਹਿੰਦਾ, ਅਤੇ ਫਿਰ ਇੱਕ ਦਿਨ ਆਉਂਦਾ ਹੈ ਜਦੋਂ ਪ੍ਰਾਪਤੀ ਕਰ ਲੈਂਦਾ ਹੈ। ਅਤੇ ਕਹਿੰਦੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ, ਸਰਬ ਸੁਖਾ ਨਿਧ ਚਰਨ ਹਰ। ਇਹਨੂੰ ਸੁਖਾ ਨਹੀਂ ਪੜ੍ਹਨਾ, ਸੁਖਾ। ਸਰਬ ਸੁਖਾ ਨਿਧ ਚਰਨ ਹਰ, ਭੋਜਲ ਬਿਖਮ ਤਰੇ,
ਪ੍ਰੇਮ ਭਗਤ ਤਿਨ ਪਾਈਆ। ਪਾਈਆਂ ਨਹੀਂ ਪੜ੍ਹ ਦੇਣਾ, ਭਗਤੀ ਇੱਕ ਵਚਨ ਹੀ ਹੁੰਦਾ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੇ ਜਰੇ। ਕੂੜ ਗਏ ਦੁਬਦਾ ਨਸੀ, ਪੂਰਨ ਸੱਚ ਭਰੇ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ। ਮਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਜਿਨ ਜਿਨ ਜਿਸ ਜਿਸ ਨੇ, ਨੰਨੇ ਨੂੰ ਸਿਹਾਰੀ ਲਾ ਕੇ ਇੱਕ ਵਚਨ ਬਣਾਇਆ। ਜੇ ਨੰਨੇ ਨੂੰ ਸਿਹਾਰੀ ਨਾ ਆਉਂਦੀ, ਜਿਨ ਬਹੁਵਚਨ ਸੀ, ਜਿਨ੍ਹਾਂ ਜਿਨ੍ਹਾਂ ਨੇ। ਫਿਰ ਆਪਾਂ ਅਰਥ ਕਰਦੇ ਜਿਨ੍ਹਾਂ ਜਿਨ੍ਹਾਂ ਨੇ। ਇਹ ਜਿਨ ਜਿਨ ਜਿਸ ਜਿਸ ਨੇ ਇੱਕ ਵਚਨ ਹੈ। ਜਿਨ ਜਿਨ ਨਾਮ ਧਿਆਇਆ, ਜਿਸ ਜਿਸ ਨੇ ਵੀ ਨਾਮ ਜਪਿਆ। ਤਿਨ ਕੇ ਕਾਜ ਸਰੇ, ਉਹਨਾਂ ਦੇ ਕਾਰਜ ਰਾਸ ਹੋ ਗਏ। ਅਸੀਂ ਕਾਰਜ ਰਾਸ ਕਰਵਾਉਣ ਲਈ ਕਦੇ ਕਿਸੇ ਦੀ ਸਿਫਾਰਿਸ਼ ਲਾ, ਕਦੇ ਦਫ਼ਤਰਾਂ ਦੇ ਗੇੜੇ ਲਾ, ਕਦੇ ਕੁਛ ਕਰ, ਕਦੇ ਕੁਛ ਕਰ। ਕਦੇ ਜਿਸ ਜਿਸ ਨੇ ਨਾਮ ਜਪਿਆ, ਉਸ ਦੇ ਕਾਰਜ ਸਰ ਗਏ, ਰਾਸ ਹੋ ਗਏ। ਕਾਰਜ ਹੀ ਰਾਸ ਕਰਾਉਣੇ, ਨਾਮ ਜਪੀ ਜਾਓ। ਪਰਮਾਤਮਾ ਆਪੇ ਬਿਧ ਬਣਾਉਂਦਾ ਹੈ। ਮੈਂ ਘਰ ਦਾ ਨਕਸ਼ਾ ਪਾਸ ਕਰਵਾ ਲਿਆ। ਮੈਨੂੰ ਨਹੀਂ ਸੀ ਪਤਾ ਵੀ ਇਹ ਤਾਂ 1.5 ਸਾਲ ਲਈ ਹੁੰਦਾ, 1 ਸਾਲ ਲਈ ਹੁੰਦਾ। 1 ਸਾਲ ਦੇ ਵਿੱਚ ਬਣਾਉਣਾ ਸ਼ੁਰੂ ਕਰਨਾ। ਮੈਂ ਉਹ ਪੜ੍ਹਿਆ ਨਹੀਂ ਹੈ। ਮੈਂ ਨਕਸ਼ਾ ਲੈ ਕੇ ਰੱਖ ਲਿਆ ਪਾਸ ਕਰਾ ਕੇ। ਉਹ ਲੋਨ ਮਿਲਣ ਦੇ ਵਿੱਚ ਮੈਨੂੰ 1.5 ਸਾਲ ਲੱਗ ਗਿਆ। 1.5 ਸਾਲ ਲੱਗ ਗਿਆ। ਉਹ ਤਾਂ ਸਮਾਂ ਲੰਘ ਗਿਆ, ਸਮਾਂ ਲੰਘ ਗਿਆ। ਮੈਂ ਕਿਹਾ ਚੱਲ ਮੈਂ ਦਫ਼ਤਰ ਜਾਣਾ ਨਗਰ ਪਾਲਿਕਾ ਦੇ, ਉਹ ਤੋਂ ਕਰ ਵਧਾ ਕੇ ਲਿਆਉਣਾ, ਚੱਲ ਕੋਈ ਪੈਸੇ ਪੂਸੇ ਲੈ ਲੈਣਗੇ, ਹੋਰ ਕੀ ਹੈ। ਮੈਂ ਅਜੇ ਸੋਚ ਰਿਹਾ ਵੀ ਕਿਸ ਅਫਸਰ ਨੂੰ ਜਾ ਕੇ ਮਿਲਾਂ। ਇਹਨੇ ਚਿਰ ਨੂੰ ਇੱਕ ਮੈਨੂੰ ਆਵਾਜ਼ ਮਾਰਦਾ, ਮਾਸਟਰ ਜੀ। ਮੈਂ ਮੁੜ ਕੇ ਦੇਖਿਆ ਮਗਰ। ਕਹਿੰਦੇ ਇੱਥੇ ਕਿਵੇਂ ਖੜ੍ਹੇ ਹੋ? ਕਹਿੰਦੇ ਸਰ ਜੀ ਇੱਥੇ ਕਿਵੇਂ ਖੜ੍ਹੇ ਹੋ? ਮੈਂ ਤੂੰ ਮੈਨੂੰ ਕਿਵੇਂ ਜਾਣਦਾ? ਕਹਿੰਦੇ ਮੇਰਾ ਲੜਕਾ ਤੁਹਾਡੇ ਕੋਲ ਪੜ੍ਹਦਾ। ਮੈਂ ਘਨੌਰ ਦਾ, ਮੈਂ ਇੱਥੇ ਨਗਰ ਪਾਲਿਕਾ 'ਚ ਲੱਗਿਆ। ਮੈਂ ਯਾਰ ਮੈਂ ਆਹ ਕੰਮ ਆਇਆ। ਕਹਿੰਦਾ ਤੁਹਾਡੇ ਤਾਂ ਐਵੇਂ 50 ਰੁਪਏ ਭਲੇ ਜ਼ਮਾਨੇ 50 ਰੁਪਏ ਲੈ ਲੈਣੇ, ਤੁਸੀਂ ਇੱਥੇ ਬੈਠੋ ਆਰਾਮ ਨਾਲ, ਮੇਰੇ ਕਮਰੇ 'ਚ ਬੈਠੋ। ਉਹ ਗਿਆ ਹੈ ਵੱਡੇ ਅਫਸਰ ਤੋਂ 1 ਸਾਲ ਹੋਰ ਵਧਵਾ ਲਿਆ, ਮੋਹਰ ਲਵਾ ਕੇ। ਕਹਿੰਦਾ ਆ ਲਓ ਸਰ ਜੀ, ਇਹਨੂੰ ਕਹਿੰਦੇ ਕਾਰਜ ਰਾਸ ਹੋਣਾ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਉਹਨਾਂ ਦੇ ਆਪੇ ਹੀ ਕਾਰਜ ਰਾਸ ਪਰਮਾਤਮਾ ਕਹਿੰਦੇ, ਬਿਧ ਬਣਾਉਂਦਾ ਕੋਈ। ਹਾਂ, ਹਰ ਗੁਰ ਪੂਰਾ ਅਰਾਧਿਆ, ਦਰਗਾਹ ਸੱਚ ਕਰੇ। ਜਿਨ੍ਹਾਂ ਨੇ ਹਰੀ ਗੁਰੂ ਨੂੰ, ਪੂਰੇ ਹਰੀ ਨੂੰ, ਪੂਰੇ ਗੁਰੂ ਨੂੰ ਅਰਾਧਿਆ, ਉਹਦਾ ਸਿਮਰਨ ਕੀਤਾ। ਕਿਉਂਕਿ ਪਰਮਾਤਮਾ ਨੂੰ ਗੁਰੂ ਵੀ ਕਹਿੰਦੇ ਨੇ। ਕਿਉਂਕਿ ਅਸਲ ਪਰਮਾਤਮਾ ਹੀ ਸਭ ਦਾ ਗੁਰੂ ਹੈ। ਗੁਰੂ ਕਿਹਨੂੰ ਕਹਿੰਦੇ ਨੇ? ਜੋ ਅਗਿਆਨਤਾ ਨੂੰ ਖਤਮ ਕਰਕੇ ਸਾਨੂੰ ਗਿਆਨ ਦੇ ਦੇਵੇ, ਉਹਨੂੰ ਗੁਰੂ ਕਹਿੰਦੇ ਨੇ। ਅਤੇ ਗਿਆਨ ਤਾਂ ਸਾਰਾ ਪਰਮਾਤਮਾ ਤੋਂ ਆਉਂਦਾ ਹੈ। ਸਭ ਤੋਂ ਪਹਿਲਾ ਗੁਰੂ ਤਾਂ ਹੈ ਹੀ ਪਰਮਾਤਮਾ। ਇਸ ਲਈ ਹਰ ਗੁਰ ਪੂਰਾ ਅਰਾਧਿਆ। ਜਿਨ੍ਹਾਂ ਨੇ ਹਰੀ ਗੁਰੂ ਨੂੰ ਅਰਾਧਿਆ, ਦਰਗਾਹ ਸੱਚ ਖਰੇ। ਉਹ ਪਰਮਾਤਮਾ ਦੀ ਦਰਗਾਹ 'ਚ ਕਹਿੰਦੇ ਫਿਰ ਜਾ ਕੇ ਖੜ੍ਹੇ ਹੋ ਜਾਂਦੇ ਨੇ, ਉੱਥੇ ਪਹੁੰਚ ਜਾਂਦੇ ਨੇ, ਉੱਥੇ ਖਰੇ ਉਤਰਦੇ ਨੇ। ਕਿਉਂਕਿ ਖੋਟਾ ਤਾਂ ਦਰਗਾਹ 'ਚ ਜਾ ਹੀ ਨਹੀਂ ਸਕਦਾ। ਉਹ ਪਰਮਾਤਮਾ ਦੀ ਦਰਗਾਹ 'ਚ ਪਹੁੰਚ ਜਾਂਦੇ ਨੇ, ਜਿਹਨੂੰ ਆਪਾਂ ਸੱਚਖੰਡ ਕਹਿੰਦੇ ਹਾਂ। ਸਰਬ ਸੁਖਾ ਨਿਧ ਚਰਨ ਹਰ। ਹਰੀ ਦੇ ਜਿਹੜੇ ਚਰਨ ਨੇ, ਸਾਰੇ ਸੁੱਖ ਦੇਣ ਵਾਲਾ ਖਜ਼ਾਨਾ ਹੈ। ਨਿਧ ਖਜ਼ਾਨੇ ਨੂੰ ਕਹਿੰਦੇ। ਹਰੀ ਦੇ ਚਰਨ ਭਾਵ ਹਰੀ ਦਾ ਜਿਹੜਾ ਨਾਮ ਹੈ, ਉਹ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਨਾਮ ਜਪੀ ਜਾਓ, ਜਪੀ ਜਾਓ, ਆਪੇ ਸੁੱਖ ਮਿਲੀ ਜਾਣਗੇ। ਮੰਗਣ ਦੀ ਲੋੜ ਨਹੀਂ, ਆਪੇ ਮਿਲੀ ਜਾਣਗੇ। ਬਸ ਅਸੀਂ ਤਾਂ ਨਾਮ ਜਪੀ ਜਾਣਾ, ਜਪੀ ਜਾਣਾ। ਪਰਮਾਤਮਾ ਜਿਹੜੇ ਚਰਨ ਨੇ, ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਸਰਬ ਸੁਖਾ ਨਿਧ, ਇਹ ਤਾਂ ਸਾਰੇ ਸੁੱਖ ਦੇਣ ਦਾ ਖਜ਼ਾਨਾ ਹੈ। ਹਰ ਭੌਜਲ ਬਿਖਮ ਤਰੇ। ਅਤੇ ਹਰੀ ਦਾ ਨਾਮ ਜਪ ਕੇ ਬਿਖਮ ਦਾ ਔਖਾ,
ਇਸ ਕਠਿਨ ਭਾਵ ਸਾਗਰ ਨੂੰ ਬੰਦਾ ਤਰ ਜਾਂਦਾ ਹੈ। ਸੰਸਾਰ ਨੂੰ ਸਮੁੰਦਰ ਵੀ ਕਿਹਾ, ਸੰਸਾਰ ਨੂੰ ਭਵ ਸਾਗਰ ਵੀ ਕਿਹਾ, ਸੰਸਾਰ ਨੂੰ ਭੌਜਲ ਵੀ ਕਿਹਾ ਹੈ। ਇਹ ਤੇ ਪਾਣੀ ਨਹੀਂ ਹੈ ਸੰਸਾਰ, ਜਿਹੜਾ ਦੂਜਾ ਸਮੁੰਦਰ ਉਸ 'ਤੇ ਪਾਣੀ ਹੁੰਦਾ, ਪਰ ਸੰਸਾਰ ਨੂੰ ਵੀ ਸਮੁੰਦਰ ਕਿਹਾ। ਜਿਵੇਂ ਸਮੁੰਦਰ ਨੂੰ ਤਰਨਾ ਤੇ ਕਿਸੇ ਜਹਾਜ਼ ਦੀ ਲੋੜ ਹੈ, ਕਿਸ਼ਤੀਆਂ ਰਾਹੀਂ ਵੀ ਸਮੁੰਦਰ ਨਹੀਂ ਤਰਿਆ ਜਾ, ਕਿਉਂਕਿ ਸਮੁੰਦਰ ਬਹੁਤ ਵੱਡਾ ਹੁੰਦਾ ਹੈ। ਇਸ ਲਈ ਜਿਵੇਂ ਸਮੁੰਦਰ ਨੂੰ ਤਰਨਾ, ਜੇ ਕੋਈ ਤਰ ਕੇ ਪਾਰ ਹੋਣਾ ਚਾਹੇ ਸਮੁੰਦਰ ਤੋਂ, ਮੁਸ਼ਕਿਲ ਹੈ, ਮੁਸ਼ਕਿਲ ਹੈ। ਇਸ ਤਰ੍ਹਾਂ ਇਹ ਸੰਸਾਰ ਹੈ, ਇਹਨੂੰ ਵੀ ਸਮੁੰਦਰ ਕਹਿੰਦੇ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਇੱਥੇ ਪਤਾ ਨਹੀਂ ਕਿਹੜੀ ਕਿਹੜੀ ਬੁਰਾਈ ਹੈ। ਇੰਨੀਆਂ ਬੁਰਾਈਆਂ ਤੋਂ ਬਚ ਕੇ ਜੀਵਨ ਜਿਉਣਾ, ਇਹਨੂੰ ਕਹਿੰਦੇ ਭਵਜਲ ਤਰਨਾ। ਇਹ ਬਿਖਮ ਹੈ, ਇਹ ਔਖਾ ਹੈ। ਪਰ ਜਿਹਨੂੰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨੂੰ ਇੱਕ ਤਾਂ ਸਾਰੇ ਸੁੱਖ ਮਿਲ ਜਾਂਦੇ ਨੇ, ਇੱਕੋ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਪ੍ਰੇਮ ਭਗਤ ਤਿਨ ਪਾਈਆ, ਵਿਖਿਆ ਨਾਹੀਂ ਜਰੇ। ਉਹਨਾਂ ਨੂੰ ਪ੍ਰੇਮਾ ਭਗਤੀ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਤਪੱਸਿਆ ਦਾ ਰਿਵਾਜ਼ ਨਹੀਂ ਹੈ, ਆਪਣੇ ਸਰੀਰ ਨੂੰ ਕਸ਼ਟ ਦੇਣ ਦਾ ਰਿਵਾਜ਼ ਨਹੀਂ ਹੈ। ਪੁਰਾਣੇ ਜ਼ਮਾਨੇ 'ਚ ਕੋਈ ਇੱਕ ਲੱਤ 'ਤੇ ਖੜ੍ਹਾ ਹੈ, ਕੋਈ ਦੋਨਾਂ ਲੱਤਾਂ 'ਤੇ ਸਿੱਧਾ ਖੜ੍ਹਾ ਹੈ, ਕੋਈ ਬਾਹਾਂ ਉੱਪਰ ਕਰਕੇ ਖੜ੍ਹਾ ਹੈ, ਕੋਈ ਪੁੱਠਾ ਲਟਕ ਰਿਹਾ ਹੈ, ਕੋਈ ਭੁੱਖਾ ਰਹਿ ਰਿਹਾ ਹੈ, ਕੋਈ ਧੁੱਪੇ ਬੈਠਾ ਹੈ, ਕੋਈ 100 ਘੜਾ ਪਾਣੀ ਦਾ ਸਿਰ 'ਚ ਪਾ ਰਿਹਾ ਹੈ ਠੰਡਾ। ਕਿੰਨੇ ਸਰੀਰ ਨੂੰ ਕਸ਼ਟ ਦਿੰਦੇ ਸਨ। ਗੁਰੂ ਮਹਾਰਾਜ ਨੇ ਕਿਹਾ ਨਹੀਂ, ਸਰੀਰ ਦਾ ਤਾਂ ਕਸੂਰ ਹੀ ਕੋਈ ਨਹੀਂ। ਸਰੀਰ ਤੇ ਸਾਡੀ ਗੱਡੀ ਹੈ, ਅਤੇ ਜੇ ਗੱਡੀ ਹੀ ਅਸੀਂ ਖਰਾਬ ਕਰ ਲਈ ਤਾਂ ਪਹੁੰਚਾਂਗੇ ਕਿੱਥੇ? ਧਿਆਨ ਦੇਣਾ। ਜੇ ਤੁਹਾਡੀ ਕਾਰ ਹੀ ਖਰਾਬ ਹੈ ਤਾਂ ਸਫ਼ਰ ਕਿਵੇਂ ਕਰੋਗੇ? ਕਾਰ ਠੀਕ ਠਾਕ ਹੋਏਗੀ ਅਤੇ ਤਾਂ ਹੀ ਤੁਸੀਂ ਉਹਨੂੰ ਚਲਾਓਗੇ ਨਾ। ਸਰੀਰ ਰਾਹੀਂ ਅਸੀਂ ਪਰਮਾਤਮਾ ਨੂੰ ਮਿਲਣਾ ਹੈ। ਜੇ ਸਰੀਰ ਹੀ ਠੀਕ ਨਹੀਂ, ਮੈਂ ਵਾਹਿਗੁਰੂ ਵਾਹਿਗੁਰੂ ਕਰ ਹੀ ਨਹੀਂ ਸਕਦਾ, ਮੈਨੂੰ ਬਿਮਾਰੀ ਨਹੀਂ ਲੱਗੀ, ਮੈਂ ਹਾਏ ਹਾਏ ਕਰਦਾ, ਕਿਵੇਂ ਪਹੁੰਚਾਂਗਾ? ਮੇਰੀ ਤਾਂ ਗੱਡੀ ਹੀ ਖਰਾਬ ਹੈ, ਮੇਰੀ ਤਾਂ ਗੱਡੀ ਹੀ ਖਰਾਬ ਹੈ, ਇਹ ਤਾਂ ਤੁਰਦੀ ਨਹੀਂ ਹੈ, ਪਹੁੰਚੇਗੀ ਕਿੱਥੇ? ਨਾਮ ਜਪਣ ਵਾਲਿਆਂ ਨੂੰ ਸਰੀਰ ਦੀ ਗੱਡੀ ਬਿਲਕੁਲ ਸਹੀ ਸਲਾਮਤ ਚਾਹੀਦੀ, ਤਾਂ ਭਜਨ ਬੰਦਗੀ ਕਰ ਸਕਦਾ। ਜਿੰਨਾ ਚਿਰ ਆਪਾਂ ਠੀਕ ਹਾਂ, ਆਪਾਂ ਕਹਿੰਦੇ ਭਜਨ ਬੰਦਗੀ ਕਰਨੀ ਕੀ ਔਖੀ ਹੈ। ਮੰਨ ਲਓ ਮੇਰੇ ਗੋਡੇ ਖੜ ਗਏ, ਮੇਰਾ ਲੱਕ ਦੁਖਦਾ ਹੈ, ਮੇਰੇ ਮੋਢੇ ਦੁਖਦੇ ਨੇ, ਮੇਰੀ ਧੌਣ ਦੁਖਦੀ ਹੈ, ਮੈਂ ਹਾਏ ਹਾਏ ਕਰਾਂਗਾ ਕਿ ਵਾਹਿਗੁਰੂ ਵਾਹਿਗੁਰੂ ਕਰਾਂਗਾ? ਜੇ ਮੈਂ 2-4 ਵਾਰੀ ਵਾਹਿਗੁਰੂ ਵਾਹਿਗੁਰੂ ਕਰਾਂਗਾ, ਚੀਜ਼ ਪਾਈ ਕਹਾਂਗਾ ਹਾਏ, ਨਹੀਂ ਨਾ ਗੱਲ ਬਣਦੀ, ਕਿਉਂ ਗੱਡੀ ਨਹੀਂ ਕੰਮ ਕਰ ਰਹੀ। ਜਿਸ ਗੱਡੀ ਨੇ ਸਾਨੂੰ ਸਫ਼ਰ 'ਤੇ ਲੈ ਕੇ ਜਾਣਾ, ਅਗਰ ਉਹ ਗੱਡੀ ਹੀ ਨਹੀਂ ਠੀਕ ਹੈ, ਇਸ ਲਈ ਗੁਰੂ ਮਹਾਰਾਜ ਕਹਿੰਦੇ ਨਹੀਂ, ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ। ਜੋ ਕਸੂਰ ਹੈ ਉਹ ਤਾਂ ਸਾਡੇ ਮਨ ਦਾ ਹੈ। ਮਨ ਹੀ ਸਾਡੇ ਤੋਂ ਚੰਗੇ ਮੰਦੇ ਕਰਮ ਕਰਾਉਂਦਾ ਹੈ। ਸਰੀਰ ਤੇ ਗੱਡੀ ਹੈ, ਮਨ ਡਰਾਈਵਰ ਹੈ। ਡਰਾਈਵਰ ਦੀ ਮਰਜ਼ੀ ਹੈ ਗੱਡੀ ਨੂੰ ਕਿਤੇ ਵੀ ਲੈ ਜਾਏ। ਡਰਾਈਵਰ ਗੱਡੀ ਨੂੰ ਠੇਕੇ 'ਤੇ ਵੀ ਲਿਜਾ ਸਕਦਾ ਹੈ, ਅਤੇ ਡਰਾਈਵਰ ਗੱਡੀ ਨੂੰ ਗੁਰਦੁਆਰੇ ਵੀ ਲਿਆ ਸਕਦਾ ਹੈ। ਗੱਡੀ ਦਾ ਤਾਂ ਕੋਈ ਕਸੂਰ ਨਹੀਂ। ਗੱਡੀ ਨਹੀਂ ਕਹਿੰਦੀ ਮੈਂ ਨਹੀਂ ਜਾਣਾ ਠੇਕੇ, ਇਹ ਸਰੀਰ ਨਹੀਂ ਕਹਿੰਦਾ ਮੈਂ ਨਹੀਂ ਜਾਣਾ ਠੇਕੇ ਜਾਂ ਮੈਂ ਨਹੀਂ ਜਾਣਾ ਗੁਰਦੁਆਰੇ, ਨਹੀਂ, ਇਹ ਮਨ ਹੀ ਕਹਿੰਦਾ। ਮਨ ਦੀ ਮਰਜ਼ੀ ਹੈ ਸਾਨੂੰ ਠੇਕੇ 'ਤੇ ਲੈ ਜਾਏ, ਮਨ ਦੀ ਮਰਜ਼ੀ ਹੈ ਸਾਨੂੰ ਗੁਰਦੁਆਰੇ ਲਵੇ, ਮਨ ਦੀ ਮਰਜ਼ੀ ਹੈ ਸਾਡੇ ਤੋਂ ਚੋਰੀ ਕਰਵਾਏ, ਮਨ ਦੀ ਮਰਜ਼ੀ ਹੈ ਸਾਡੇ ਤੋਂ ਨਾਮ ਜਪਵਾਏ। ਕਰਦਾ ਤਾਂ ਸਾਰਾ ਮਨ ਹੈ, ਸਰੀਰ ਤੇ ਸਾਧਨ ਹੈ। ਸਰੀਰ ਤੇ ਸਾਧਨ ਹੈ, ਕਰਨ ਵਾਲਾ ਤੇ ਮਨ ਹੈ। ਅਸੀਂ ਜੋ ਵੀ ਚੰਗੇ ਕੰਮ ਕਰਦੇ ਹਾਂ ਜਾਂ ਮੰਦੇ ਕੰਮ ਕਰਦੇ ਹਾਂ, ਇਹ ਸਾਡੇ ਤੋਂ ਸਾਡਾ ਮਨ ਕਰਵਾਉਂਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਸਰੀਰ ਨੂੰ ਭੁੱਖੇ ਮਾਰਨ ਦੀ ਲੋੜ ਨਹੀਂ, ਸਰੀਰ ਨੂੰ ਜਿਹੜਾ ਹੈ ਧੁੱਪ 'ਚ ਰੱਖਣ ਦੀ ਲੋੜ ਨਹੀਂ, ਸਰੀਰ 'ਤੇ ਠੰਡੇ ਪਾਣੀ ਪਾਉਣ ਦੀ ਲੋੜ ਨਹੀਂ। ਇਹ ਤਾਂ ਮਨ ਨੂੰ ਲਾਓ ਤੁਸੀਂ ਪਰਮਾਤਮਾ ਵਾਲੇ ਪਾਸੇ। ਉਹਨੂੰ ਕਹਿੰਦੇ ਪ੍ਰੇਮਾ ਭਗਤੀ, ਪਿਆਰ ਸਹਿਤ ਪਰਮਾਤਮਾ ਦਾ ਨਾਮ ਜਪਣਾ, ਇਹਨੂੰ ਕਹਿੰਦੇ ਪ੍ਰੇਮਾ ਭਗਤੀ। ਪ੍ਰੇਮ ਭਗਤ ਤਿਨ ਪਾਈਆ,
ਭਗਤੀ ਹੁਣ ਇੱਕ ਵਚਨ ਹੋਣ ਕਰ ਪੜ੍ਹਨਾ ਪਾਈਆ। ਜਿਨ੍ਹਾਂ ਨੂੰ ਪ੍ਰੇਮਾ ਭਗਤੀ ਪ੍ਰਾਪਤ ਹੋ ਗਈ ਨਾ, ਵਿਖਿਆ ਨਾਹੀਂ ਜਰੇ, ਉਹ ਵਿਸ਼ੇ ਵਿਕਾਰਾਂ 'ਚ ਨਹੀਂ ਸੜਦੇ। ਜਰੇ ਮਨੇ ਜਲਣਾ ਸੜਨਾ। ਉਹ ਵਿਸ਼ੇ ਵਿਕਾਰਾਂ 'ਚ ਬੁਰਾਈਆਂ 'ਚ ਨਹੀਂ ਸੜਦੇ, ਉਹ ਬੁਰਾਈਆਂ ਵਾਲੇ ਪਾਸੇ ਹੀ ਨਹੀਂ ਜਾਂਦੇ, ਕਿਉਂਕਿ ਉਹਨਾਂ ਦਾ ਸਾਰਾ ਧਿਆਨ ਤੇ ਪਰਮਾਤਮਾ ਵੱਲ ਹੁੰਦਾ। ਉਹ ਤੇ ਪਰਮਾਤਮਾ ਨੂੰ ਪਿਆਰ ਕਰਦੇ ਹਨ। ਹੁਣ ਦਾ ਸੰਸਾਰ ਨਾਲ ਮੋਹ ਟੁੱਟ ਜਾਂਦਾ ਹੈ, ਉਹ ਰੱਬ ਨੂੰ ਪਿਆਰ ਕਰਦੇ ਨੇ। ਇਸ ਲਈ ਵਿਖਿਆ ਮਾਇਆ ਨੂੰ ਵੀ ਕਹਿੰਦੇ ਨੇ, ਵਿਖਿਆ ਜ਼ਹਿਰ ਨੂੰ ਵੀ ਕਹਿੰਦੇ ਨੇ, ਅਤੇ ਵਿਖਿਆ ਮਾੜੇ ਕੰਮ ਵਿਸ਼ੇ ਵਿਕਾਰਾਂ ਨੂੰ ਵੀ ਕਹਿੰਦੇ ਨੇ। ਇਸ ਲਈ ਵਿਸ਼ੇ ਵਿਕਾਰਾਂ ਵਿੱਚ ਨਹੀਂ ਸੜਦੇ, ਇਸ ਪਾਸੇ ਨੂੰ ਜਾਂਦੇ ਹੀ ਨਹੀਂ। ਫਿਰ ਜਿਹਨਾਂ ਨਾਮ ਜਪਿਆ, ਹੋਰ ਕੀ ਹੋਇਆ? ਇੱਕ ਤਰ੍ਹਾਂ ਦੇ ਕਾਰਜ ਰਸ ਹੋ ਗਏ, ਇੱਕ ਪਰਮਾਤਮਾ ਦੀ ਦਰਗਾਹ 'ਚ ਸੱਚੇ ਸਾਬਤ ਹੋ ਗਏ, ਤੀਜਾ ਭਵ ਸਾਗਰ ਨੂੰ ਪਾਰ ਕਰ ਗਏ। ਫਿਰ ਉਹ ਹੈ ਵਿਸ਼ੇ ਵਿਕਾਰਾਂ ਤੋਂ ਬਚ ਗਏ। ਅੱਗੇ ਹੋਰ ਕੀ ਹੈ? ਜਿਹਨਾਂ ਨਾਮ 'ਤੇ ਹੈ ਕੂੜ ਗਏ ਦੁਬਿਧਾ ਨੱਸੀ ਪੂਰਨ ਸੱਚ ਭਰੇ। ਹੁਣ ਦੇ ਅੰਦਰ ਕੂੜ ਖਤਮ ਹੋ ਗਿਆ, ਇਹ ਸੰਸਾਰਿਕ ਚੀਜ਼ਾਂ ਦਾ ਮੋਹ ਖਤਮ ਹੋ ਗਿਆ। ਦੁਬਿਧਾ ਨੱਸੀ, ਅੰਦਰੋਂ ਦੁਬਿਧਾ ਖਤਮ ਹੋ ਗਈ ਹੈ। ਇਹ ਨਹੀਂ ਤਾਂ ਮਨ ਹਮੇਸ਼ਾ ਦੁਬਿਧਾ ਜਿਹਦੇ ਇੱਕ ਪਾਸੇ ਨਹੀਂ ਲੱਗਦਾ, ਕਦੇ ਮਾਇਆ ਵੱਲ ਨੂੰ ਚਲੇ ਜਾਂਦਾ, ਕਦੇ ਇਹ ਰੱਬ ਵਾਲੇ ਪਾਸੇ ਨੂੰ ਚਲੇ ਜਾਂਦਾ ਹੈ। ਸਾਡੀ ਅਜਿਹੀ ਅਵਸਥਾ ਹੈ। ਕੋਈ ਸਮਾਂ ਰੱਬ ਵਾਲੇ ਪਾਸੇ ਨੂੰ ਜਾਂਦੇ, ਫਿਰ ਮਾਇਆ ਸਾਨੂੰ ਖਿੱਚ ਪਾਉਂਦੀ ਹੈ, ਫਿਰ ਉਧਰ ਨੂੰ ਹੋ ਲੈਣੇ। ਦੁਬਿਧਾ ਜੀ ਰਾਜ ਕਬਰੀ ਸਾਰੀ ਦੁਬਿਧਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ, ਨਾ ਮਾਇਆ ਮਿਲੀ ਨਾ ਰਾਮ ਮਿਲੇ। ਕੋਈ ਇੱਕ ਪਾਸੇ ਹੁੰਦੇ ਤਾਂ ਗੱਲ ਬਣਨੀ ਸੀ। ਅੰਦਰੋਂ ਕੂੜ ਖਤਮ ਹੋ ਜਾਂਦਾ ਹੈ, ਅੰਦਰੋਂ ਦੁਬਿਧਾ ਨੱਸ ਜਾਂਦੀ ਹੈ, ਪੂਰਨ ਸੱਚ ਭਰੇ, ਅਤੇ ਮਨੁੱਖ ਸੱਚ ਦੇ ਨਾਲ ਭਰ ਜਾਂਦਾ ਹੈ। ਇਹਦੇ ਅੰਦਰ ਸੱਚ ਹੀ ਸੱਚ ਹੋ ਜਾਂਦਾ, ਕੂੜ ਖਤਮ ਹੋ ਜਾਂਦਾ। ਹੋਰ ਕੀ ਕਰਦੇ ਨੇ ਉਹ? ਪਾਰ ਬ੍ਰਹਮ ਪ੍ਰਭ ਸੇਵ ਦੇ, ਮਨ ਅੰਦਰ ਏਕ ਧਰੇ। ਉਹ ਪਰਮਾਤਮਾ ਦਾ ਸਿਮਰਨ ਕਰਦੇ, ਸੇਵ ਦੇ, ਸੇਵਾ ਕਰਨਾ, ਸਿਮਰਨ ਕਰਨਾ। ਉਹ ਪਰਮਾਤਮਾ ਦਾ ਸਿਮਰਨ ਕਰਦੇ ਨੇ ਅਤੇ ਮਨ ਵਿੱਚ ਇੱਕ ਪਰਮਾਤਮਾ ਦੀ ਯਾਦ ਨੂੰ ਹੀ ਵਸਾ ਕੇ ਰੱਖਦੇ ਨੇ, ਅੰਦਰ ਧਰਦੇ ਨੇ। ਉਸ ਪਰਮਾਤਮਾ ਨੂੰ ਅੰਦਰ ਟਿਕਾ ਕੇ ਰੱਖਦੇ ਨੇ, ਪਰਮਾਤਮਾ ਦਾ ਹੀ ਸਿਮਰਨ ਕਰਦੇ ਹਨ। ਕਹਿੰਦੇ ਮਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਨਦਰ ਦੀ ਕਿਰਪਾ ਦ੍ਰਿਸ਼ਟੀ, ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦੇ ਨੇ। ਮਾ ਮਹੀਨੇ, ਦਿਵਸ ਦਿਨ, ਮੂਰਤ ਮਹੂਰਤ, ਪਲ ਭਲੇ, ਸਭ ਭਲੇ। ਉਹਦੇ ਲਈ ਮਹੀਨੇ, ਉਹਦੇ ਲਈ ਦਿਨ, ਉਹਦੇ ਲਈ ਮਿੰਟ, ਸਭ ਭਲੇ ਨੇ, ਸਾਰੇ ਵਧੀਆ ਨੇ। ਕਿਹਦੇ ਲਈ? ਜਿਸ ਕੋ ਨਦਰ ਕਰੇ, ਜਿਸ 'ਤੇ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰ ਦਿੰਦਾ। ਨਾਨਕ ਮੰਗੈ ਦਾਨ ਧਨ। ਨਾਨਕ ਅੱਕੇ ਨੂੰ ਔਂਕਲ ਲੱਗ ਗਈ। ਹੁਣ ਪੰਚਮ ਪਾਤਸ਼ਾਹ ਕਹਿੰਦੇ ਮੈਂ, ਇੱਥੇ ਮੈਂ ਦਾ ਭਾਵ ਫਿਰ ਹੋ ਜਾਂਦਾ। ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਗੁਰੂ ਮਰ ਕੇ ਹੇ ਪਰਮਾਤਮਾ ਮੇਰੇ 'ਤੇ ਕਿਰਪਾ ਕਰ, ਮੈਂ ਤਾਂ ਤੇਰੇ ਦਰਸ਼ਨਾਂ ਦਾ ਦਾਨ ਮੰਗਦਾ ਹਾਂ, ਮੈਨੂੰ ਆਪਣੇ ਦਰਸ਼ਨ ਦੇ, ਮੇਰੇ 'ਤੇ ਕਿਰਪਾ ਕਰ। ਉਹ ਕਾਹਦਾ ਦਾਨ ਮੰਗਦੇ? ਰੁਪਈਏ ਪੈਸੇ ਦਾ ਨਹੀਂ ਮੰਗਦੇ, ਧੀ ਪੁੱਤ ਦਾ ਨਹੀਂ ਮੰਗਦੇ, ਕੋਠੀਆਂ ਦਾ ਨਹੀਂ ਮੰਗਦੇ, ਨੌਕਰੀ ਦਾ ਨਹੀਂ ਮੰਗਦੇ, ਮਾਇਆ ਦਾ ਨਹੀਂ ਮੰਗਦੇ। ਕਹਿੰਦੇ ਮੈਨੂੰ ਆਪਣੇ ਦਰਸ਼ਨ ਦੇ ਦੇ ਬਸ, ਮੈਂ ਤਾਂ ਆਹੀ ਤੇਰੇ ਤੋਂ ਦਾਨ ਮੰਗਦਾ। ਹੇ ਹਰੀ ਮੇਰੇ 'ਤੇ ਕਿਰਪਾ ਕਰੋ, ਮੈਨੂੰ ਆਪਣੇ ਦਰਸ਼ਨਾਂ ਦਾ ਦਾਨ ਦਿਓ, ਮੈਂ ਤੁਹਾਡੇ ਤੋਂ ਇਹੀ ਮੰਗਦਾ ਹਾਂ। ਸੋ ਸਤਿਕਾਰਯੋਗ ਸਾਧ ਸੰਗਤ, 12 ਮਹੀਨਿਆਂ ਰਾਹੀਂ ਜੋ ਸੰਦੇਸ਼ ਦਿੱਤਾ ਸੀ ਉਹਨੂੰ ਕਹਿੰਦੇ 12 ਮਾਹ। ਉਸ ਅਵਸਥੀ ਅੱਜ ਸਮਾਪਤੀ ਹੋਈ ਹੈ, ਕੱਲ੍ਹ ਨੂੰ ਅੱਗੇ ਸ਼ੁਰੂ ਹੋਏਗਾ। ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।